26 मई से किसान मोर्चा 6 महीने तक दिल्ली की सीमा पर बैठा रहेगा। किसानों का उग्राहन समूह अब पटियाला में 3 दिवसीय धरने पर किसान संगठन मुख्यमंत्री के शहर में धरना देने जा रहे हैं। कृषि कानूनों को निरस्त करने की मांग को लेकर दिल्ली की सीमा पर बैठे किसान संगठनों के बीच एक भारतीय किसान संघ एकता उग्राहन अब पटियाला में 3 दिवसीय धरना देगा। इस संबंध में जानकारी देते हुए संघ के अध्यक्ष जोगिंदर उग्राहन ने कहा कि उनका संघ जो टीकरी सीमा पर मोर्चा के लिए बैठा है, साथ ही पंजाब सरकार के विरोध में पंजाब के मुख्यमंत्री कैप्टन अमरिंदर सिंह के गृह नगर पटियाला में 28, 29 और 30 मई को दिन रात धरना दिया जाएगा। साथ ही 23 मई से हर रविवार को कोरोना के नियमों का पालन करते हुए किसानों के कारवां दिल्ली मोर्चा में भेजे जाएंगे। 26 मई को किसान मोर्चा 6 महीने तक दिल्ली की सीमा पर बैठा रहेगा, जिससे संयुक्त किसान मोर्चा के आमंत्रण पर देश भर में काला दिवस मनाया जाएगा। वहीं सुखदेव सिंह कोकरी कला ने कहा कि बड़े निजी अस्पतालों को सरकारी नियंत्रण में लाया जाए और आवश्यक व्यवस्था की जाए। कोरोना की मौजूदगी को देखते हुए दिल्ली के बॉर्डर पर तमाम सावधानियां बरती जा रही हैं। दिल्ली मोर्चा में संख्या बढ़ाई जाएगी। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ 26 ਮਈ ਵਾਲੇ ਦਿਨ ਜਿਹੜਾ ਸੰਯੁਕਤ ਮੋਰਚੇ ਵੱਲੋਂ ਬਲੈਕ ਦਿਨ ਮਨਾਉਣ ਦਾ ਫੈਸਲਾ ਕੀਤਾ ਹੈ ਉਹਦੇ ਸੰਬੰਧ 'ਚ 26 ਮਈ ਦਾ ਦਿਨ ਮਹੱਤਵਪੂਰਨ ਦਿਨ ਇਸ ਕਰਕੇ ਹੈ ਕਿ 26 ਮਈ ਨੂੰ ਦਿੱਲੀ ਦੇ ਮੋਰਚੇ ਨੂੰ ਪੂਰੇ 6 ਮਹੀਨੇ ਹੋ ਜਾਣੇ ਆ ਤੇ ਮੋਦੀ ਸਰਕਾਰ ਨੂੰ ਬਣੀ ਨੂੰ ਪੂਰੇ 7 ਸਾਲ ਹੋ ਜਾਣੇ ਆ। ਇਹਦੀ ਇਹ ਮਹੱਤਤਾ ਹੈ ਕਿ ਉਹਦੇ 7 ਸਾਲਾਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਕੀ ਕੀਤਾ ਤੇ ਮੋਰਚੇ ਨੇ ਲੱਗੇ ਮੋਰਚੇ ਨੇ ਦੇ ਸਬੰਧ 'ਚ ਸਰਕਾਰ ਦਾ ਜਿਹੜਾ ਰਵੱਈਆ ਰਿਹਾ ਕਿਸਾਨਾਂ ਨਾਲ ਉਹਦੇ ਰੋਸ ਪ੍ਰਦਰਸ਼ਨ ਵਜੋਂ ਸਾਰੇ ਪੰਜਾਬ ਦੇ ਪਿੰਡਾਂ 'ਚ ਘਰਾਂ ਤੇ ਵਹੀਕਲਾਂ ਦੇ ਉੱਤੇ ਕਾਲੇ ਝੰਡੇ ਲਾਉਣੇ ਤੇ ਉਹ ਸਾਰੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ 12 ਵਜੇ ਤੋਂ ਆਰਥੀ ਫੂਕ ਮੁਜ਼ਾਹਰੇ ਕਰਨੇ। ਜਿਹੜੇ ਪੰਜਾਬ ਦੇ ਵਿੱਚ ਲੱਗੇ ਮੋਰਚੇ ਨੇ ਉਹ ਮੋਰਚਿਆਂ ਦੇ ਵਿੱਚ ਆਰਥੀ ਫੂਕ ਮੁਜ਼ਾਹਰੇ ਕਰਨ ਦਾ ਫੈਸਲਾ ਸੰਯੁਕਤ ਮੋਰਚੇ ਨੇ ਕੀਤਾ ਤੇ ਇਹਦੇ 'ਚ ਫੈਸਲਾ ਇਹ ਵੀ ਕੀਤਾ ਹੈ ਕਿ ਜਿਹੜੀਆਂ ਪੰਜਾਬ ਦੀਆਂ ਹੋਰ ਟ੍ਰੇਡ ਆਰਗੇਨਾਈਜੇਸ਼ਨਾਂ ਨੇ ਟ੍ਰੇਡ ਜਥੇਬੰਦੀਆਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਉਣ ਦਾ ਸ਼ਾਮਲ ਹੋਣ ਦਾ ਸੱਦਾ ਸੰਯੁਕਤ ਮੋਰਚੇ ਵੱਲੋਂ ਦਿੱਤਾ ਗਿਆ ਤੇ ਜਿੰਨੇ ਦੁਕਾਨਦਾਰ ਵਪਾਰੀ ਵਰਗ ਦੇ ਸਾਰੇ ਲੋਕ ਨੇ ਸਾਰੇ ਹਿੱਸੇ ਯਾਨੀ ਪੰਜਾਬ ਦੇ ਜਿਹੜੇ ਕਾਨੂੰਨਾਂ ਤੋਂ ਪੀੜਤ ਹਿੱਸੇ ਨੇ ਉਹਨਾਂ ਸਾਰਿਆਂ ਨੂੰ ਵੀ ਇਹ 'ਚ ਸ਼ਾਮਲ ਕੀਤਾ ਗਿਆ। ਇਹਦੀ ਵਿਸ਼ੇਸ਼ਤਾ ਇਹ ਹੈ 26 ਵਾਲੇ ਦਿਨ ਦੀ ਕਾਲਾ ਦਿਨ ਮਨਾਉਣ ਦੀ ਕਿ ਪਹਿਲਾਂ ਸਿਰਫ ਅਸੀਂ ਕਾਲੇ ਕਾਨੂੰਨਾਂ 'ਤੇ ਹੀ ਲੜਾਈ ਲੜ ਰਹੇ ਸੀ। ਇਹਦੀ ਵਿਸ਼ੇਸ਼ਤਾ ਇਹ ਹੈ ਵੀ ਹੁਣ ਇਸ ਵੇਲੇ ਇਕੱਲੇ ਕਾਲੇ ਕਾਨੂੰਨਾਂ ਦਾ ਮਸਲਾ ਨਹੀਂ ਰਿਹਾ, ਕਰੋਨਾ ਦਾ ਸੰਕਟ ਵੀ ਜਿਹੜਾ ਹੈ ਉਹ ਵੀ ਬਹੁਤ ਜ਼ੋਰਾਂ 'ਤੇ ਹੈ। ਉਹਦੇ ਵਿੱਚ ਕੇਂਦਰ ਸਰਕਾਰ ਨੇ ਸਿਹਤ ਸਹੂਲਤਾਂ ਦੇ ਪ੍ਰਬੰਧਾਂ 'ਚ ਬਜਟ ਦੇ ਵਿੱਚ ਪੈਸਾ ਰੱਖਣ ਦੇ ਪ੍ਰਬੰਧਾਂ 'ਚ ਦਵਾਈਆਂ ਬੂਟੀਆਂ ਆਕਸੀਜਨ ਵੈਂਟੀਲੇਟਰ ਹਸਪਤਾਲਾਂ ਦੇ ਵਿੱਚ ਉਹਦੀ ਹਸਪਤਾਲ ਵਧਾਉਣ ਦੀ ਖਾਤਰ ਤੇ ਜਿਹੜੇ ਪ੍ਰਬੰਧ ਨੇ ਉਹ ਨਾਕਾਮ ਰਹੇ ਨੇ, ਉਹ ਫੇਲ ਹੋਏ ਨੇ। ਇਸ ਕਰਕੇ ਲਗਭਗ 2,22,000 ਲੋਕ ਇਹ ਕਰੋਨਾ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਤੇ ਅੱਜ ਇਹ ਕਿਹਾ ਜਾ ਸਕਦਾ ਹੈ ਵੀ ਦੁਨੀਆ ਦੇ ਸਾਰੇ ਮੁਲਕਾਂ ਤੋਂ ਵੱਧ ਕਰੋਨਾ ਦਾ ਪ੍ਰਭਾਵ ਹਿੰਦੁਸਤਾਨ ਦੇ ਵਿੱਚ ਪਿਆ ਤੇ ਹਿੰਦੁਸਤਾਨ ਇਹ ਸਾਰੇ ਸਿਸਟਮ ਨੂੰ ਸਾਂਭਣ ਦੀ ਖਾਤਰ ਇਸ ਬਿਮਾਰੀ ਨੂੰ ਜਾਨੀ ਫੇਲ ਹੋਇਆ ਇੱਕ ਕਿਸਮ ਦਾ। ਜਾਨੀ ਪਿਛਲੇ 8 ਮਹੀਨਿਆਂ 'ਚ 8 ਮਹੀਨੇ ਪਹਿਲਾਂ ਜਦੋਂ ਜਾਨੀ ਕੇਂਦਰ ਦੀ ਸਰਕਾਰ ਨੇ ਇੱਕ ਫੈਸਲਾ ਕੀਤਾ ਸੀ ਵੀ 150 ਜ਼ਿਲ੍ਹਿਆਂ ਦੇ ਵਿੱਚ 162 ਆਕਸੀਜਨ ਪਲਾਂਟ ਲਾਏ ਜਾਣਗੇ। ਉਹਦੀ ਖਾਤਰ 200 ਕਰੋੜ ਰੁਪਈਆ ਵੀ ਇਹਨਾਂ ਨੇ ਰੱਖਿਆ ਸੀ। ਪਰ ਛਿੱਟਾ ਇਹ ਹੋਇਆ
ਵੀ ਹੁਣ ਤੱਕ 33 ਆਕਸੀਜਨ ਪਲਾਂਟ ਹੀ ਲੱਗੇ ਹੈ। ਯਾਨੀ ਆਕਸੀਜਨ ਦੀ ਵੀ ਘਾਟ ਹੈ, ਵੈਂਟੀਲੇਟਰਾਂ ਦੀ ਵੀ ਘਾਟ ਹੈ, ਦਵਾਈਆਂ ਬੂਟੀਆਂ ਦੀ ਵੀ ਘਾਟ ਹੈ। ਤੇ ਲਾਕਡਾਊਨ ਲਾ ਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕੱਢੇ ਜਾ ਰਹੇ ਨੇ। ਇਹ ਬਿਮਾਰੀ ਦਾ ਹੱਲ ਕੱਢਿਆ ਜਾ ਰਿਹਾ ਹੈ। ਦੂਜਾ, ਇਹ ਜਿਹੜੀ ਗੱਲ ਵਿੱਚ ਆਈ ਹੈ ਨਹੀਂ, ਇਹਦੇ ਸੰਬੰਧ 'ਚ ਅਸੀਂ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਵੀ 26 ਮਈ ਨੂੰ ਕਾਲਾ ਦਿਨ ਮਨਾਇਆ ਜਾਊਗਾ। ਇਦੋਂ ਅੱਗੇ ਸਾਡੇ ਕੁਝ ਹੋਰ ਪ੍ਰੋਗਰਾਮ ਨੇ, ਕੁਝ ਮੰਗਾਂ ਨੇ ਜਿਹੜੀਆਂ ਅਸੀਂ ਲੈ ਕੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਹਾਂ। ਮੋਰਚੇ ਨੂੰ ਹੋਰ ਉਤਸ਼ਾਹਿਤ ਕਿਵੇਂ ਕੀਤਾ ਜਾਵੇ, ਉੱਥੇ ਗਿਣਤੀ ਬਰਕਰਾਰ ਕਿਵੇਂ ਰੱਖੀ ਜਾਵੇ, ਇਹ ਗਿਣਤੀ ਮੇਨਟੇਨ ਕਿਵੇਂ ਕੀਤੀ ਜਾਵੇ। ਮੋਰਚੇ ਦੇ ਵਿੱਚ ਜਿਹੜਾ ਨਾ ਕਰੋਨਾ ਅਫੈਕਟਡ ਲੋਕ ਨੇ ਉਹਨਾਂ ਵਾਸਤੇ ਸਰਕਾਰੀ ਸਹੂਲਤਾਂ ਤਾਂ ਹੈ ਹੀ ਨਹੀਂ। ਉੱਥੇ ਮੋਰਚੇ ਵੱਲੋਂ ਜਥੇਬੰਦੀਆਂ ਵੱਲੋਂ ਕਿਹੜੀਆਂ ਪ੍ਰਬੰਧ ਕੀਤੇ ਹੋਏ ਨੇ, ਉਹਨਾਂ ਦੇ ਸੰਬੰਧ 'ਚ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਵਿੱਚ ਅਸੀਂ ਕਿਹੜੇ ਐਕਸ਼ਨ ਕਰ ਰਹੇ ਹਾਂ, ਉਹਨਾਂ ਦੇ ਸੰਬੰਧ 'ਚ ਸਾਡੇ ਸੂਬੇ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਉਹ ਬੋਲਣਗੇ। ਇਹ ਗੱਲ ਉਹਨਾਂ ਨੇ ਕਹਿਣੀ। ਸਾਰੇ ਦੇਸ਼ ਵਾਸੀਆਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਵੱਲੋਂ ਜੋ ਸਾਡੇ ਪ੍ਰਧਾਨ ਜੀ ਨੇ 26 ਮਈ ਵਾਲੇ ਐਕਸ਼ਨ ਬਾਰੇ ਜਾਣਕਾਰੀ ਦਿੱਤੀ ਆ, ਇਹ ਪੂਰੇ ਦੇਸ਼ ਦੇ ਵਿੱਚ ਤੇ ਸਮਾਜ ਦੇ ਹਰ ਤਬਕੇ ਨੂੰ ਨਾਲ ਲੈ ਕੇ ਜਿਵੇਂ ਉਹਨਾਂ ਨੇ ਦੱਸਿਆ ਉਹ ਐਕਸ਼ਨ ਕੀਤਾ ਜਾ ਰਿਹਾ ਹੈ, ਜਿਹਦੇ ਵਿੱਚ ਦੋਨੋਂ ਮੁੱਦੇ ਲਏ ਆ, ਕਾਲੇ ਕਾਨੂੰਨਾਂ ਦੇ ਖਾਤਮੇ ਵਾਲਾ ਤੇ ਕਰੋਨਾ ਦੇ ਖਾਤਮੇ ਵਾਲਾ। ਕਰੋਨਾ ਦੇ ਖਾਤਮੇ ਸੰਬੰਧੀ ਕੁਝ ਗੱਲਾਂ ਗਿਣਤੀਆਂ ਸਾਡੇ ਪ੍ਰਧਾਨ ਜੀ ਨੇ, ਠੋਸ ਮੰਗਾਂ ਜੋ ਅਸੀਂ ਕਰ ਰਹੇ ਹਾਂ ਵੀ ਇਹਦੇ ਖਾਤਮੇ ਵਾਸਤੇ ਸਰਕਾਰਾਂ ਨੂੰ ਕਰਨਾ ਕੀ ਚਾਹੀਦਾ, ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੂੰ, ਜਿਹੜਾ ਹੁਣ ਤੱਕ ਉਹਨਾਂ ਨੇ ਨਹੀਂ ਕੀਤਾ ਜਾਂ ਨਾ ਮਾਤਰ ਕੀਤਾ, ਜਿਹਦੇ ਕਰਕੇ ਕਰੋਨਾ ਇੰਨਾ ਜ਼ਿਆਦਾ ਫੈਲਿਆ। ਉਹਦੇ ਵਿੱਚ ਪਹਿਲੇ ਨੰਬਰ ਤੇ ਇਹ ਗੱਲ ਆਉਂਦੀ ਆ ਕਿ ਜਿੰਨੇ ਵੀ ਵੱਡੇ ਪ੍ਰਾਈਵੇਟ ਹਸਪਤਾਲ ਹੈ ਜਿਨ੍ਹਾਂ ਨੇ ਕਰੋਨਾ ਮਹਾਮਾਰੀ ਨੂੰ ਕਮਾਈ ਦਾ ਸਾਧਨ ਬਣਾ ਲਿਆ, ਇਲਾਜ ਦਾ ਨਹੀਂ, ਉਹ ਸਾਰਿਆਂ ਦਾ ਸਾਰੇ ਸਰਕਾਰੀਕਰਨ ਹੋਣਾ ਚਾਹੀਦਾ। ਛੋਟੇ ਹਸਪਤਾਲਾਂ ਵਿੱਚ ਵੀ ਬਕਾਇਦਾ ਸਰਕਾਰ ਨੂੰ ਘੱਟ ਤੋਂ ਘੱਟ ਰੇਟ ਮਿਥਣੇ ਚਾਹੀਦੇ ਆ। ਜਿੰਨੀ ਸਟਾਫ ਦੀ ਕਮੀ ਆ ਇਸ ਵੇਲੇ ਵੀ ਸਰਕਾਰੀ ਹਸਪਤਾਲਾਂ 'ਚ, ਉਹ ਸਾਰੀ ਕਮੀ ਪੂਰੀ ਕਰਨ ਵਾਸਤੇ ਲੱਖਾਂ ਬੇਰੁਜ਼ਗਾਰ ਸਿੱਖਿਅਤ ਮੈਡੀਕਲ ਕਾਮੇ ਤੁਰੇ ਫਿਰਦੇ ਆ ਦੇਸ਼ ਦੇ ਅੰਦਰ, ਕੰਧਾਂ ਕੌਲਿਆਂ 'ਚ ਵੱਜਦੇ। ਉਹਨਾਂ ਬੇਰੁਜ਼ਗਾਰਾਂ ਨੂੰ ਤੁਰੰਤ ਭਰਤੀ ਕਰਨਾ ਚਾਹੀਦਾ। ਸਰਕਾਰ ਦਾ ਜਿਹੜਾ ਮੁਜਰਮਾਨਾ ਰਵੱਈਆ ਹੈ ਕਰੋਨਾ ਦੇ ਕੰਟਰੋਲ ਵਾਸਤੇ, ਜਿਹੋ ਜਿਹੀਆਂ ਟਿੱਪਣੀਆਂ ਮਦਰਾਸ ਹਾਈ ਕੋਰਟ ਨੇ ਜਾਂ ਹੋਰ ਕੋਰਟਾਂ ਨੇ ਕੀਤੀਆਂ ਵੀ ਕਿਵੇਂ ਇਹ ਕਤਲਾਂ ਦੇ ਜ਼ਿੰਮੇਵਾਰ ਇੱਥੋਂ ਦਾ ਚੋਣ ਕਮਿਸ਼ਨ ਜਾਂ ਇੱਥੋਂ ਦੀਆਂ ਸਰਕਾਰਾਂ ਜਿਹੜੀਆਂ ਐਡੇ ਵੱਡੇ ਵੱਡੇ ਇਕੱਠ ਕਰਨ ਕੇ ਤਾਂ ਆਪ ਕਰਦੀਆਂ, ਦੂਜਿਆਂ ਤੇ ਲਾਕਡਾਊਨ ਲਾਉਂਦੀਆਂ, ਪਰ ਜਿਹੜਾ ਬਜਟ ਇੱਧਰ ਝੁਕਣਾ ਚਾਹੀਦਾ ਸੀ ਕਰੋਨਾ ਦੇ ਪ੍ਰਬੰਧਾਂ ਵਾਸਤੇ, ਉਹਦਾ 1% ਹਿੱਸਾ ਵੀ ਨਹੀਂ ਝੋਕਿਆ ਗਿਆ ਬਜਟ, ਜਿਹਦੇ ਕਰਕੇ ਆਹ ਜਿਹੜੀਆਂ 2.25 ਲੱਖ ਮੌਤਾਂ ਹੋ ਗਈਆਂ ਤੇ 4-5 ਹਜ਼ਾਰ ਰੋਜ਼ ਸ਼ਿਕਾਰ ਬਣ ਜਾਂਦੇ ਆ ਕਰੋਨਾ ਦਾ। ਇਹਦੇ ਵਾਸਤੇ ਅਸੀਂ ਇਹ ਮੰਗ ਜਿੱਥੇ ਕਰਦੇ ਹਾਂ ਬਈ ਸਰਕਾਰੀ ਹੱਥਾਂ 'ਚ ਲੈ ਕੇ ਸਾਰੇ ਵੱਡੇ ਹਸਪਤਾਲ, ਉਹਨਾਂ 'ਚ ਪੂਰੇ ਦਾ ਪੂਰਾ ਪ੍ਰਬੰਧ ਹਰ ਕਿਸਮ ਦਾ, ਵੈਂਟੀਲੇਟਰਾਂ ਦਾ, ਬੈੱਡਾਂ ਦਾ, ਆਕਸੀਜਨ ਦਾ, ਜਿੰਨੇ ਵੀ ਪ੍ਰਬੰਧ ਚਾਹੀਦੇ ਆ, ਉਹ ਸਾਰੇ ਪ੍ਰਬੰਧਾਂ ਵਾਸਤੇ ਜਿੰਨਾ ਬਜਟ ਚਾਹੀਦਾ, ਕਿਉਂਕਿ ਸਰਕਾਰਾਂ ਬਹਾਨਾ ਬਣਾ ਰਹੀਆਂ ਵੀ ਬਜਟ ਹੈ ਨਹੀਂ ਸਾਡੇ ਕੋਲ, ਖਜ਼ਾਨਾ ਖਾਲੀ ਆ। ਹਾਲਾਂਕਿ ਉਹ ਕਾਰਪੋਰੇਟ ਘਰਾਣਿਆਂ ਨੂੰ ਲੱਖਾਂ ਕਰੋੜ ਦੀਆਂ ਮਾਫੀਆਂ ਹਰ ਸਾਲ ਕਰ ਦਿੰਦੀਆਂ, ਖਜ਼ਾਨਾ ਉਧਰ ਲੁਟਾ ਰਹੀਆਂ, ਪਰ ਇੱਧਰ
ਪੂਰੇ ਦੇਸ਼ ਦੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਸਰਕਾਰ ਕੋਲੇ ਪੈਸਾ ਹੈ ਨਹੀਂ। ਉਹ ਪੈਸਾ ਇਸ ਵੇਲੇ ਵੀ ਜੇ ਸਰਕਾਰ ਚਾਹਵੇ ਤਾਂ ਜਿੰਨੇ ਵੱਡੇ ਕਾਰਪੋਰੇਟ ਘਰਾਣੇ ਆ, ਜਿੰਨੇ ਵੱਡੇ ਜ਼ਗੀਰਦਾਰ ਆ, ਜਿੰਨੇ ਵੱਡੇ ਸਰਮਾਏਦਾਰ ਆ, ਉਹਨਾਂ ਸਾਰਿਆਂ ਤੋਂ ਬਕਾਇਆ ਟੈਕਸ ਵੀ ਤੇ ਸਪੈਸ਼ਲ ਕਰੋਨਾ ਟੈਕਸ ਵੀ ਉਗਰਾ ਕੇ ਖਜ਼ਾਨਾ ਭਰਿਆ ਜਾ ਸਕਦਾ ਤੇ ਉਹ ਖਰਚਿਆ ਜਾ ਸਕਦਾ। ਆ ਸਾਰੇ ਪ੍ਰਬੰਧ ਹੈ ਜਿਹੜੇ ਹੁਣ ਤਾਈਂ ਅਸੀਂ ਤਾਂ ਇਹਨੂੰ ਸਰਕਾਰਾਂ ਦੀ ਇਕੱਲੀ ਨਲਾਇਕੀ ਨਹੀਂ ਕਹਿੰਦੇ, ਇਹ ਗਿਣੀ ਮਿਥੀ ਮੁਜਰਮਾਨਾ ਕਾਰਵਾਈ ਆ ਬਈ ਜਿੰਨਾ ਜ਼ਿਆਦਾ ਕਰੋਨਾ ਵਧੂਗਾ ਉਨੀ ਜ਼ਿਆਦਾ ਕਾਰਪੋਰੇਟ ਘਰਾਣਿਆਂ ਨੂੰ, ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੂੰ, ਹੋਰ ਇਸ ਤਰ੍ਹਾਂ ਉਨੀ ਜ਼ਿਆਦਾ ਕਮਾਈ ਹੋਊਗੀ, ਜਿਹਨੂੰ ਸਦਮੇ ਦਾ ਸਿਧਾਂਤ ਕਿਹਾ ਜਾਂਦਾ, ਦੁਨੀਆ ਦੇ ਵਿੱਚ ਮੰਨਿਆ ਜਾਂਦਾ। ਉਹ ਸਿਧਾਂਤ ਲਾਗੂ ਕੀਤਾ ਜਾ ਰਿਹਾ ਸਰਕਾਰਾਂ ਵੱਲੋਂ, ਕੇਂਦਰ ਵੱਲੋਂ ਵੀ, ਪੰਜਾਬ ਸਰਕਾਰ ਵੱਲੋਂ ਵੀ। ਇਸ ਕਰਕੇ ਇਹਨਾਂ ਮੰਗਾਂ ਨੂੰ ਲੈ ਕੇ ਕਰੋਨਾ ਸੰਬੰਧੀ ਆ ਜਿੱਥੋਂ ਤੱਕ ਗੱਲ ਆਈ ਆ, ਰਾਹ 'ਚ ਤੁਰੇ ਜਾਂਦੇ ਤੇਰੇ ਮਾਸਕ ਨਹੀਂ ਬੰਨਿਆ ਫੜ ਕੇ ਕੁੱਟਣ ਲੱਗ ਜਾਂਦੇ ਆ, ਚਲਾਨ ਕੱਟ ਦਿੰਦੇ ਆ, ਮੁਕੱਦਮੇ ਬਣਾ ਦਿੰਦੇ ਆ, ਗ੍ਰਿਫਤਾਰੀਆਂ ਕਰ ਲੈਂਦੇ ਆ। ਇਹ ਜਾਬਰ ਤਰੀਕੇ ਜਿਹੜੇ ਵਰਤੇ ਜਾ ਰਹੇ ਆ, ਜ਼ਾਲਮ ਤਰੀਕੇ ਜਿਹੜੇ ਵਰਤੇ ਜਾ ਰਹੇ, ਲਾਕਡਾਊਨ ਕੀਤਾ ਜਾ ਰਿਹਾ, ਕਰਫਿਊ ਲਾਏ ਜਾ ਰਹੇ ਆ, ਜਿਨ੍ਹਾਂ ਦੇ ਕੋਈ ਤਰਕ ਨਹੀਂ ਬਣਦਾ। ਆਪਣੇ ਦੇਸ਼ 'ਚ ਮਿਸਾਲ ਆ ਕੇਰਲਾ ਸਰਕਾਰ ਦੀ, ਜਿੱਥੇ ਸਿਰਫ 10 ਦਿਨ ਸ਼ੁਰੂ 'ਚ ਪਿਛਲੇ ਸਾਲ ਲਾਕਡਾਊਨ ਲੱਗਿਆ ਸੀ, ਸਿਰਫ 10 ਦਿਨ। ਅੱਜ ਤਾਈਂ ਉੱਥੇ ਲਾਕਡਾਊਨ ਲਾਉਣ ਦੀ ਲੋੜ ਨਹੀਂ ਪਈ, ਉਹਨਾਂ ਨੇ 10 ਦਿਨਾਂ 'ਚ ਸਾਰੇ ਪ੍ਰਬੰਧ ਕਰ ਲਏ। ਜੇ ਇੱਕ ਸੂਬੇ ਦੀ ਸਰਕਾਰ ਕਰ ਸਕਦੀ, ਬਾਕੀ ਸੂਬਿਆਂ ਨੂੰ ਕੀ ਗੋਲੀ ਵੱਜੀ ਆ? ਕੇਂਦਰ ਸਰਕਾਰ ਨੂੰ ਕੀ ਗੋਲੀ ਵੱਜੀ ਆ? ਕਿਉਂ ਨਹੀਂ ਪ੍ਰਬੰਧ ਕਰ ਸਕਦੀਆਂ? ਸਾਰਾ ਕਰ ਸਕਦੀਆਂ। ਇਸੇ ਕਰਕੇ ਅਸੀਂ ਦੋਸ਼ ਲਾਉਂਦੇ ਹਾਂ ਵੀ ਇਹ ਜਾਣਬੁੱਝ ਕੇ ਨਹੀਂ ਕੀਤੇ ਗਏ ਪ੍ਰਬੰਧ। ਉਹਨਾਂ ਕਾਰਪੋਰੇਟਾਂ ਦੀ ਕਮਾਈ ਵਧਾਉਣ ਵਾਸਤੇ, ਮੁਨਾਫੇ ਵਧਾਉਣ ਵਾਸਤੇ ਜਾਣਬੁੱਝ ਕੇ ਨਹੀਂ ਕੀਤੇ ਗਏ। ਇਸੇ ਕਰਕੇ ਅਸੀਂ ਦੋਨਾਂ ਸਰਕਾਰਾਂ ਨੂੰ ਨਿਸ਼ਾਨਾ ਬਣਾ ਕੇ, ਜਿੱਥੇ 26 ਮਈ ਵਾਲਾ ਕਾਲਾ ਦਿਵਸ ਜਿਹੜਾ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਣਾ, ਸਾਡਾ ਕਿਉਂਕਿ ਕੰਮ ਪੰਜਾਬ 'ਚ ਫਿਲਹਾਲ ਥੋੜ੍ਹਾ ਬਹੁਤ ਹੋਰ ਨਹੀਂ ਥਾਈਂ ਅਜੇ ਪਹੁੰਚ ਹੋਈ ਆ, ਇਸ ਕਰਕੇ ਪੰਜਾਬ ਸਰਕਾਰ ਦੇ ਵਿਰੁੱਧ ਵੀ ਅਸੀਂ ਬਕਾਇਦਾ ਪ੍ਰੋਗਰਾਮ ਉਲੀਕੇ ਆ। ਇੱਕ ਤਾਂ ਜਿਹੜਾ ਇਸ ਕਰੋਨਾ ਦੀ ਦਹਿਸ਼ਤ ਜਿੰਨੀ ਪਾਤੀ ਸਰਕਾਰ ਨੇ, ਉਸ ਦਹਿਸ਼ਤ ਨੂੰ ਭੰਨਣ ਵਾਸਤੇ ਇੱਕ ਤਾਂ ਜਥੇਬੰਦੀ ਨੇ ਇਹ ਫੈਸਲਾ ਕੀਤਾ ਬਈ ਸਾਰੀਆਂ ਸਾਵਧਾਨੀਆਂ ਦੇ ਪ੍ਰਬੰਧ ਕਰਕੇ, ਕਰੋਨਾ ਲਈ ਜਿੰਨੀਆਂ ਵੀ ਸਾਵਧਾਨੀਆਂ ਚਾਹੀਦੀਆਂ, ਮਾਸਕ ਲਾਉਣੇ ਆ, ਦੂਰੀ ਰੱਖਣੀ ਹੈ, ਸੈਨੇਟਾਈਜ਼ਰਾਂ ਦਾ ਪ੍ਰਬੰਧ ਕਰਨਾ ਹੈ, ਜੇ ਕਿਤੇ ਕੋਈ ਐਮਰਜੈਂਸੀ ਹੁੰਦੀ ਆ ਤਾਂ ਉੱਥੇ ਆਕਸੀਜਨ ਜਾਂ ਸਿਲੰਡਰਾਂ ਦਾ, ਆਕਸੀਜਨ ਦਾ ਜਾਂ ਵੈਂਟੀਲੇਟਰਾਂ ਦਾ ਜਾਂ ਆਕਸੀਮੀਟਰਾਂ ਦਾ ਜਾਂ ਹੋਰ ਦਵਾਈਆਂ ਦਾ ਪ੍ਰਬੰਧ। ਉਹ ਦਿੱਲੀ ਵਾਲੇ ਬਾਰਡਰ 'ਤੇ ਤਾਂ ਕਈ ਦਿਨ ਹੋ ਗਏ ਪ੍ਰਬੰਧ ਸ਼ੁਰੂ ਕੀਤਿਆਂ ਨੂੰ, ਤੇ ਕੱਲ੍ਹ ਤੱਕ ਉਹ ਐਨ ਮੁਕੰਮਲ ਹੋ ਜਾਣਗੇ। ਇੱਕ ਬਕਾਇਦਾ ਹਸਪਤਾਲ ਵੀ ਬਣ ਜੂ, ਉੱਥੇ ਡਾਕਟਰਾਂ ਤੱਕ ਵੀ ਪਹੁੰਚ ਹੋਗੀ, ਆਕਸੀਜਨ ਸਿਲੰਡਰ ਵੀ ਮੰਗਾ ਲੈਣੇ ਆ। ਬਾਕੀ ਦੇ ਜਿਹੜੇ ਪੰਜਾਬ 'ਚ ਧਰਨੇ ਚੱਲ ਰਹੇ ਉਹਨਾਂ ਦੇ ਵਿੱਚ ਵੀ ਇਹ ਸਾਰੇ ਪ੍ਰਬੰਧ ਕਰਕੇ, ਜਿੱਥੋਂ ਤੱਕ ਵੀ ਹੋ ਸਕਦੇ ਸਾਡੇ ਸਾਧਨਾਂ ਮੁਤਾਬਕ, ਸਾਡੀ ਜਥੇਬੰਦੀ ਦੇ ਵਿੱਤ ਮੁਤਾਬਕ, ਉੱਥੋਂ ਤੱਕ ਪ੍ਰਬੰਧ ਪੂਰੇ ਕਰਕੇ ਤੇ ਅਸੀਂ ਇਸ ਘੋਲ ਨੂੰ ਹੋਰ ਉੱਚੀਆਂ ਬੁਲੰਦੀਆਂ ਤੇ ਪਹੁੰਚਾਉਣਾ, ਹੋਰ ਤੇਜ਼ ਕਰਨਾ ਹੈ। ਇਹ ਫੈਸਲਾ ਕੱਲ੍ਹ ਦੀ ਸੂਬਾ ਕਮੇਟੀ ਮੀਟਿੰਗ 'ਚ ਪ੍ਰਧਾਨ ਜੀ ਹੁਣਾਂ ਦੀ ਪ੍ਰਧਾਨਗੀ ਥੱਲੇ ਹੋਈ ਹੈ, ਉਹਦੇ 'ਚ ਫੈਸਲਾ ਕੀਤਾ ਕਿ 23 ਤਰੀਕ ਨੂੰ ਐਤਵਾਰ ਨੂੰ ਪਹਿਲਾ ਕਾਫਲਾ ਵੱਡਾ ਦਿੱਲੀ ਵੱਲ ਜਾਊਗਾ। ਆ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਦਾ ਹੋਇਆ, ਬੱਸਾਂ 'ਚ ਵੀ ਦੂਰੀ ਉਵੇਂ ਕਾਇਮ ਰੱਖੀ ਜਾਊਗੀ, ਆ ਮਾਸਕ ਵਗੈਰਾ ਹੋਰ ਸਾਰੇ ਪ੍ਰਬੰਧ ਕਰਕੇ, ਤੇ ਇਹ ਹਰ ਹਫ਼ਤੇ ਐਤਵਾਰ ਨੂੰ ਜਾਇਆ ਕਰੂਗਾ ਜੱਥਾ, ਤਾਂ ਕਿ ਉੱਥੇ ਜਿਹੜਾ ਲੋਕਾਂ ਦੇ ਵਿੱਚ ਦਹਿਸ਼ਤ ਫੈਲਾਈ ਜਾ ਰਹੀ ਆ ਸਰਕਾਰ ਵੱਲੋਂ ਗਿਣ ਮਿੱਥ ਕੇ, ਉਹਨੂੰ ਭੰਨਿਆ ਜਾ ਸਕੇ ਤੇ ਸਰਕਾਰ ਦੀ ਅੜੀ ਨੂੰ ਭੰਨਿਆ ਜਾ ਸਕੇ। ਇਹਦੀ ਖਾਤਰ ਅਸੀਂ ਦਿੱਲੀ ਵਾਲੇ ਮੋਰਚੇ ਵਿੱਚ ਵੀ ਗਿਣਤੀ ਹੋਰ ਵਧਾਉਣ ਵਾਸਤੇ ਹਰ ਹਫ਼ਤੇ ਵੱਡੇ ਕਾਫਲੇ ਹਜ਼ਾਰਾਂ 'ਚ 2, 4, 5 ਹਜ਼ਾਰ ਤੱਕ ਗਿਣਤੀ ਹੋਇਆ ਕਰੂਗੀ ਹਰ ਹਫ਼ਤੇ। ਪਹਿਲਾ ਕਾਫਲਾ ਅਗਲੇ ਹਫ਼ਤੇ ਮੁੜਿਆ ਕਰੂ, ਨਵਾਂ ਚਲਿਆ ਜਾਇਆ ਕਰੂ। ਇਹ ਸਿਲਸਿਲਾ ਲਗਾਤਾਰ ਚਲਾਵਾਂਗੇ। ਇੱਕ ਇਹ ਫੈਸਲਾ ਕੀਤਾ। ਦੂਜਾ ਫੈਸਲਾ ਇਹ ਕੀਤਾ ਕਿ ਪੰਜਾਬ ਸਰਕਾਰ 'ਤੇ ਵਿਸ਼ੇਸ਼ ਦਬਾਅ ਬਣਾਉਣ ਵਾਸਤੇ, ਜਿਹਨੇ ਬਿਲਕੁਲ ਕੇਂਦਰ ਸਰਕਾਰ ਦੀ ਨਕਲ ਕਰਦਿਆਂ ਕੋਈ ਪ੍ਰਬੰਧ ਨਹੀਂ ਕੀਤੇ ਕਰੋਨਾ ਦੀ ਰੋਕਥਾਮ ਵਾਸਤੇ, ਉਹੋ ਜਿਹੇ ਕੀਤੇ ਆ ਜਿਹੋ ਜਿਹੇ ਕੇਂਦਰ ਨੇ ਕੀਤੇ ਆ।
ਇਹਦੇ ਤੇ ਪੂਰਾ ਦਬਾਅ ਬਣਾਉਣ ਵਾਸਤੇ 28, 29, 30 ਮਈ ਨੂੰ 3 ਦਿਨ ਅਸੀਂ ਮਿੱਥੇ ਆ। ਜੇ ਲੋੜ ਪਈ ਦੇਖਾਂਗੇ ਵਧਾਏ ਵੀ ਜਾ ਸਕਦੇ ਆ। ਪਟਿਆਲੇ ਸ਼ਹਿਰ 'ਚ, ਮੁੱਖ ਮੰਤਰੀ ਦੇ ਸ਼ਹਿਰ 'ਚ ਦਿਨੇ ਰਾਤ ਧਰਨਾ ਲਗਾਤਾਰ ਚੱਲੂਗਾ 28, 29, 30 ਮਈ ਨੂੰ। ਇਹਦੀ ਖਾਤਰ ਪਿੰਡ ਪਿੰਡ, ਸ਼ਹਿਰ ਸ਼ਹਿਰ ਤਿਆਰੀਆਂ, ਇਹ ਸਾਰੇ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਵਾਸਤੇ ਖਾਸ ਕਰਕੇ 26 ਮਈ ਵਾਲਾ, ਉਹ ਤਾਂ ਕੱਲ੍ਹ ਦੀਆਂ ਤਿਆਰੀਆਂ ਸ਼ੁਰੂ ਹੈ। ਸ਼ਹਿਰਾਂ ਦੀਆਂ ਜਿੰਨੀਆਂ ਵੀ ਜਥੇਬੰਦੀਆਂ, ਸ਼ਹਿਰਾਂ 'ਚ ਕਾਰੋਬਾਰ ਕਰਨ ਵਾਲਿਆਂ ਦੀਆਂ, ਛੋਟੇ ਕਾਰੋਬਾਰੀਆਂ ਦੀਆਂ, ਸਾਰਿਆਂ ਤੱਕ ਪਹੁੰਚ ਕਰਕੇ ਸਾਰੀਆਂ ਖੇਤ ਮਜ਼ਦੂਰ, ਪੇਂਡੂ ਮਜ਼ਦੂਰ ਜਥੇਬੰਦੀਆਂ ਤੱਕ, ਸਨਅਤੀ ਮਜ਼ਦੂਰ ਜਥੇਬੰਦੀਆਂ ਤੱਕ, ਵਿਦਿਆਰਥੀ ਜਥੇਬੰਦੀਆਂ ਤੱਕ, ਨੌਜਵਾਨ ਜਥੇਬੰਦੀਆਂ ਤੱਕ, ਸਾਰਿਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਤੇ ਇਹ ਜਿਹੜਾ ਕਾਲਾ ਦਿਵਸ ਹੈ, ਜਿਹਦਾ ਨਿਸ਼ਾਨਾ ਕੱਲੀਆਂ ਸਰਕਾਰਾਂ ਨਹੀਂ, ਕਿਉਂਕਿ ਜਿਹੜੇ ਕਾਲੇ ਖੇਤੀ ਕਾਨੂੰਨ ਵੀ ਬਣਾਏ ਆ ਉਹ ਵੀ ਕਾਰਪੋਰੇਟ ਘਰਾਣਿਆਂ ਨੂੰ ਪਾਲਣ ਵਾਸਤੇ, ਉਹਨਾਂ ਦੇ ਕਾਰੋਬਾਰ ਵਧਾਉਣ ਵਾਸਤੇ ਸਾਡੀਆਂ ਜ਼ਮੀਨਾਂ ਖੋਹ ਕੇ, ਜਿਹੜਾ ਕਰੋਨੇ ਦੇ ਵਿੱਚ ਜਾਣਬੁੱਝ ਕੇ ਅਣਗਹਿਲੀ ਵਰਤੀ ਹੈ, ਮੁਜਰਮਾਨਾ ਅਣਗਹਿਲੀ ਵਰਤੀ ਹੈ, ਉਹ ਵੀ ਉਹਨਾਂ ਕਾਰਪੋਰੇਟਾਂ ਦੇ ਘਰ ਭਰਨ ਵਾਸਤੇ ਹੈ। ਇਸ ਕਰਕੇ ਉਹ ਵੀ ਸਾਡੇ ਸਾਡਾ ਘੋਲ ਦਾ ਚੋਟ ਨਿਸ਼ਾਨਾ ਬਰਾਬਰ ਹੈ। ਦੁਨੀਆ ਭਰ ਦੀਆਂ ਸਾਮਰਾਜੀ ਕੰਪਨੀਆਂ ਤੇ ਇੱਥੇ ਅਡਾਨੀ ਅੰਬਾਨੀ ਵਰਗੇ ਕਾਰਪੋਰੇਟ ਘਰਾਣੇ ਆ ਜਿਹੜੇ, ਉਹਨਾਂ ਨੂੰ ਵੀ ਅਸੀਂ ਬਰਾਬਰ ਰੱਖਣਾ ਜਦੋਂ ਪੁਤਲੇ ਸਾੜਨੇ ਆ। ਇਹ ਪੁਤਲੇ ਭਾਜਪਾ, ਮੋਦੀ ਤੇ ਸਾਮਰਾਜੀ ਕਾਰਪੋਰੇਟ ਗੱਠ ਜੋੜਦੇ ਹੋਣਗੇ ਪੁਤਲੇ ਆ ਜਿਹੜੇ। ਇਸ ਕਰਕੇ ਇਹ ਪ੍ਰੋਗਰਾਮ ਜਿਹੜੇ ਜਥੇਬੰਦੀ ਵੱਲੋਂ ਉਲੀਕੇ ਆ, ਸਾਡੇ ਵਰਕਰ ਪੂਰੇ ਜੁਟੇ ਹੋਏ ਆ ਇਸ ਵੇਲੇ। ਤੇ ਇਹ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਵੇਂ ਤੁਸੀਂ ਸੁਣਿਆ ਕਿ ਘੋਲ ਦੇ ਦਬਾਅ ਸਦਕਾ ਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਉਹਦੇ ਅਮਲਾਂ ਸਦਕਾ, ਚਾਹੇ ਉਹ ਕਾਲੇ ਖੇਤੀ ਕਾਨੂੰਨਾਂ ਦੇ ਮਾਮਲੇ 'ਚ ਹੈ, ਚਾਹੇ ਉਹ ਕਰੋਨਾ ਦੇ ਮਾਮਲੇ 'ਚ ਹੈ, ਉਹਦਾ ਜਿਹੜਾ ਸਿਆਸੀ ਪ੍ਰਭਾਵ ਹੈ ਉਹਨੂੰ ਜਿੰਨਾ ਖੋਰਾ ਲੱਗਣਾ ਸ਼ੁਰੂ ਹੋ ਗਿਆ ਥੱਲਿਓਂ, ਆਮ ਲੋਕਾਂ ਵੱਲੋਂ, ਕਿਸਾਨਾਂ ਵੱਲੋਂ ਨਹੀਂ, ਇਕੱਲਿਆਂ ਵੱਲੋਂ, ਆਮ ਲੋਕਾਂ ਵੱਲੋਂ ਵਿਰੋਧ ਸ਼ੁਰੂ ਹੋ ਗਿਆ। ਸਿਰੇ ਦੀ ਗੱਲ ਇਹ ਹੈ ਕਿ ਭਾਜਪਾ ਦੇ ਕਈ ਆਗੂਆਂ ਵੱਲੋਂ, ਐਮਪੀਆਂ ਵੱਲੋਂ ਵੀ, ਇੱਕ ਮੰਤਰੀ ਵੱਲੋਂ ਵੀ, ਐਮਐਲਏਆਂ ਵੱਲੋਂ ਵੀ, ਭਾਜਪਾ ਦੇ ਆਪਦੇ ਆਗੂਆਂ ਵੱਲੋਂ ਉੱਪਰ ਲਾਂਭੇ ਜਾਣੇ ਸ਼ੁਰੂ ਹੋ ਗਏ ਵੀ ਸਾਨੂੰ ਤਾਂ ਪਿੰਡਾਂ 'ਚ ਵੜਨ ਜੋਗੇ ਨਹੀਂ ਛੱਡਿਆ। ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਅਮਲ ਹੈ, ਕਿਉਂਕਿ ਸਰਕਾਰ ਉਸ ਗੱਲ ਤੇ ਅੜੀ ਹੋਈ ਆ ਕਾਰਪੋਰੇਟਾਂ ਦੀ ਸੇਵਾ ਕਰਨ ਤੇ। ਸੇਵਾਦਾਰ ਕਹਿੰਦਾ ਹੁੰਦਾ ਸੀ ਆਪਦੇ ਆਪ ਨੂੰ, ਪਰ ਸੇਵਾਦਾਰ ਕਾਰਪੋਰੇਟਾਂ ਦਾ ਨਿਕਲਿਆ ਉਹ ਮੋਦੀ, ਲੋਕਾਂ ਦਾ ਸੇਵਾਦਾਰ ਨਹੀਂ, ਲੋਕਾਂ ਦਾ ਤਾਂ ਦੁਸ਼ਮਣ ਬਣ ਕੇ ਨਿਬੜ ਰਿਹਾ। ਇਸ ਕਰਕੇ ਇਹਨਾਂ ਦੋਨਾਂ ਨੂੰ ਨਿਸ਼ਾਨਾ ਬਣਾ ਕੇ ਮੋਦੀ ਭਾਜਪਾ ਹਕੂਮਤ ਨੂੰ ਤੇ ਕਾਰਪੋਰੇਟ ਘਰਾਣਿਆਂ, ਸਾਮਰਾਜੀ ਕੰਪਨੀਆਂ ਨੂੰ ਇਹ ਨਿਸ਼ਾਨਾ ਬਣਾ ਕੇ ਅਸੀਂ ਇਹ ਪ੍ਰੋਗਰਾਮ ਹੈ ਜਿਹੜੇ ਮਿੱਥੇ ਆ। ਤੇ ਆਉਣ, ਹਾਂਜੀ, ਇਹਨੂੰ ਬੋਲ ਲੈਣ ਤੋਂ ਬਾਅਦ ਸਵਾਲ ਕਰ ਲਓ। 26 ਤਰੀਕ ਨੂੰ ਤੁਸੀਂ ਆਪਣਾ ਕੰਮ ਖਤਮ ਕਰੋ, ਪਹਿਲਾਂ ਸਵਾਲ ਕਰ ਲਓਗੇ, ਫਿਰ ਆਪਣੀ ਗੱਲ ਖਤਮ ਕਰੋ। ਬਸ ਮੇਰੀ ਗੱਲ ਤਾਂ ਸਮਾਪਤ ਹੋ ਗਈ। ਜੋ ਅਸੀਂ ਪ੍ਰੋਗਰਾਮ ਲਿਖੇ ਆ ਉਹ ਤੁਹਾਨੂੰ ਦੱਸਦੇ। ਉਹਦੇ ਵਿੱਚ ਜਿਹੜੀਆਂ ਮੰਗਾਂ ਹੈਗੀਆਂ, ਜਾਬਰ ਤਰੀਕੇ ਵਰਤਣ ਦੀ ਬਜਾਏ ਸਾਡੀ ਮੰਗ ਇਹ ਆ ਵੀ ਜਾਗਰਤੀ ਮੁਹਿੰਮ ਸਰਕਾਰੀ ਅਧਿਕਾਰੀ ਵੀ ਲੱਗਣ, ਸਮਾਜਿਕ ਜਥੇਬੰਦੀਆਂ ਨੂੰ ਵੀ ਲਾਉਣ, ਅਸੀਂ ਵੀ ਵਲੰਟੀਅਰ ਲਾਵਾਂਗੇ ਨਾਲ। ਲੋਕਾਂ 'ਚ ਜਾਗਰਤੀ ਮੁਹਿੰਮ ਤੋਰੀ ਜਾਵੇ, ਉਹਦੇ ਨਾਲ ਉਹਨਾਂ ਨੂੰ ਕਰੋਨਾ ਦੀਆਂ ਸਾਵਧਾਨੀਆਂ ਵਰਤਣ ਦਾ ਇਲਮ ਹੋਊਗਾ। ਜਦੋਂ ਜ਼ਬਰਦਸਤੀ ਵਰਤਦੇ ਹੋ, ਮਿਸਾਲ ਵਜੋਂ ਹੁਣ ਵੈਕਸੀਨ ਦੇ ਸਵਾਲ ਹੈ, ਬਹੁਤ ਸਾਰੇ ਡਾਕਟਰਾਂ ਵੱਲੋਂ ਵੈਕਸੀਨ ਤੇ ਸਵਾਲ ਉਠਾਏ ਗਏ ਆ, ਚੋਟੀ ਦੇ ਡਾਕਟਰਾਂ ਵੱਲੋਂ ਦੁਨੀਆ ਦੇ, ਵੀ ਇਹਨਾਂ ਦੇ ਸਾਈਡ ਇਫੈਕਟ ਕੀ ਹੁੰਦੇ ਆ, ਕਿਵੇਂ ਬਲੈਕ ਫੰਗਸ, ਕਾਲੀ ਉੱਲੀ ਪੈਦਾ ਹੁੰਦੀ ਹੈ, ਕਿਵੇਂ ਉਹਦੇ ਨਾਲ ਮੌਤਾਂ ਸ਼ੁਰੂ ਹੋ ਗਈਆਂ। ਇਹ ਜਿਹੜੇ ਸ਼ੰਕੇ ਖੜੇ ਹੋਏ ਆ ਵੈਕਸੀਨਾਂ ਬਾਰੇ, ਇਹ ਸ਼ੰਕੇ ਨਿਵਰਤ ਕੀਤੇ ਤੋਂ ਬਿਨਾਂ ਧੱਕੇ ਨਾਲ ਢਾਹ ਕੇ ਵੈਕਸੀਨਾਂ ਲਾਉਣੀਆਂ, ਇਹਦਾ ਅਸੀਂ ਸਖਤ ਵਿਰੋਧ ਕਰਾਂਗੇ, ਨਹੀਂ ਲੱਗਣ ਦੇਣੀਆਂ। ਜੇ ਕੋਈ ਆਪ ਲਵਾਉਣਾ ਚਾਹੁੰਦਾ ਹੈ ਉਹਨੂੰ ਰੋਕਣਾ ਨਹੀਂ, ਜਿਹਦੇ ਸ਼ੰਕੇ ਦੂਰ ਹੋ ਗਏ ਉਹ ਲਵਾ ਲੈ ਜੀ ਸਕੇ, ਪਰ ਧੱਕੇ ਨਾਲ ਨਹੀਂ ਲਾਉਣ ਦੇਣੀ ਵੈਕਸੀਨ, ਇਹਦਾ ਅਸੀਂ ਵਿਰੋਧ ਰੱਟ ਕੇ ਕਰਾਂਗੇ। ਹਾਂਜੀ, ਕਰੋ ਸਵਾਲ। ਇੱਕ ਸਵਾਲ ਕਰ ਲਓ, ਇੱਕ ਸਵਾਲ ਕਰ। ਦੇਖੋ,
26 ਵਾਲਾ ਸਿਰਫ ਇੱਕ ਦਿਨ ਦਾ ਪ੍ਰੋਗਰਾਮ ਹੈ। ਉਹ ਸੰਯੁਕਤ ਮੋਰਚੇ ਵੱਲੋਂ ਜਿਹੜਾ ਪ੍ਰੋਗਰਾਮ ਦਿੱਤਾ ਹੈ ਬਲੈਕ ਡੇ ਮਨਾਉਣ ਦਾ, ਮੈਂ ਵਿਆਖਿਆ ਕਰ ਚੁੱਕਿਆ ਉਹਦੀ। ਜਿਹੜਾ ਹੈਗਾ ਵਾ 28 29 30 ਦਾ ਉਹ ਪੰਜਾਬ ਦੇ ਵਿੱਚ ਹੈ, ਉਹ ਸਾਡੀ ਇਕੱਲੀ ਜਥੇਬੰਦੀ ਦਾ ਪ੍ਰੋਗਰਾਮ ਹੈ। ਉਹ ਸੁਖਦੇਵ ਨੇ ਦੱਸਿਆ ਤੁਹਾਨੂੰ, ਉਹ ਪਟਿਆਲੇ ਦੇ ਵਿੱਚ ਹੈ। ਉਹ ਸਟੇਟ ਗੌਰਮੈਂਟ ਨੇ ਕਰੋਨਾ ਦੇ ਸੰਬੰਧ ਦੇ ਵਿੱਚ ਕੀ ਕਰਨਾ ਚਾਹੀਦਾ ਸੀ ਤੇ ਕੀ ਉਹਨੇ ਕੀਤਾ ਹੈ, ਉਹ ਸਾਰੇ ਉਸ ਰੋਸ ਦੇ ਵਜੋਂ ਉਹ ਪ੍ਰੋਗਰਾਮ ਰੱਖਿਆ। ਹੋਰ ਜੀ ਬਿਲਕੁਲ ਮੈਨੂੰ ਲੱਗਦਾ ਵੀ ਸਭ ਤੋਂ ਪਹਿਲੀ ਇਹ ਜਥੇਬੰਦੀ ਆ ਪੰਜਾਬ ਦੇ ਵਿੱਚ ਜਿਹਨੇ ਕਰੋਨਾ ਨੂੰ ਮੰਨ ਕੇ ਪਿਛਲੇ ਸਾਲ 2020 ਮਾਰਚ ਦੇ ਵਿੱਚ ਅਸੀਂ ਨਹੀਂ 21 ਪਿਛਲੇ ਸਾਲ 20 ਮਾਰਚ 23 ਮਾਰਚ ਨੂੰ ਮਤਲਬ ਅਸੀਂ ਨੇ ਸਾਰੀ ਜਿਹੜੀ ਅਪ ਟੂ 50 ਏਜ ਦੇ ਬੰਦੇ ਸੀ ਸਾਰੇ ਇਕਾਂਤਵਾਸ ਕਰਤੇ ਸੀ। ਸਾਰੀ ਸੂਬਾ ਲੀਡਰਸ਼ਿਪ ਅਸੀਂ ਲਗਭਗ ਅਗਸਤ 30 ਤੱਕ ਲਾਕਡਾਊਨ ਰਿਹਾ ਆਪ। ਅਸੀਂ ਕੋਈ ਕੰਮ ਨਹੀਂ ਕੀਤਾ। ਅਸੀਂ ਸਤੰਬਰ ਦੇ ਵਿੱਚ ਜਦੋਂ ਇਹ ਕਾਲੇ ਕਾਨੂੰਨ ਆ ਗਏ ਉਦੋਂ ਪਿੱਛੋਂ ਫਿਰ ਸਾਡੀ ਸਾਰੀ ਟੀਮ ਐਕਟਿਵ ਹੋਈ ਹੈ ਇਹਦੀ ਨਾ ਪਰਵਾਹ ਕਰਦਿਆਂ ਹੋਇਆ। ਮੰਨਦੇ ਹਾਂ ਅਸੀਂ। ਕੌਣ ਜੀ? ਦੇਖੋ ਸੰਯੁਕਤ ਕਿਸਾਨ ਮੋਰਚੇ ਕੋਲ ਐਵੀਡੈਂਸ ਹੈ ਵੀ ਕਿਉਂ ਨਹੀਂ ਮੰਨਦਾ। ਜਿੰਨੀਆਂ ਉੱਥੇ ਮੌਤਾਂ ਹੋਈਆਂ ਨੇ ਕਰੋਨਾ ਇੱਥੇ ਮੋਰਚੇ ਦੇ ਵਿੱਚ, ਉਹਨਾਂ ਮੌਤਾਂ ਦੇ ਵਿੱਚ ਕੋਈ ਵੀ ਮੌਤ ਕਰੋਨਾ ਵਾਲੀ ਨਹੀਂ ਹੈ, ਕਿਉਂਕਿ ਉਹ ਜਿਹੜੀਆਂ ਮੌਤਾਂ ਉੱਥੇ ਮੋਰਚੇ 'ਚ ਹੋਈਆਂ ਨੇ ਉਹ ਉਹਨਾਂ ਦਾ ਬਕਾਇਦਾ ਪੋਸਟਮਾਰਟਮ ਹੁੰਦਾ ਹੈ। ਅਸੀਂ ਪੋਸਟਮਾਰਟਮ ਤੋਂ ਬਗੈਰ ਕੋਈ ਕਿਸੇ ਡੈੱਡ ਬੋਡੀ ਨੂੰ ਭੇਜਿਆ ਨਹੀਂ ਤਾਂ ਪੋਸਟਮਾਰਟਮ ਚਾਹੁੰਦੀ ਹੋਰ ਕੋਈ। ਉਗਰਾ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਵੈਕਸੀਨ ਨੂੰ ਲੈ ਕੇ ਸਵਾਲ ਖੜੇ ਹੋ ਗਏ, ਸੰਸ਼ੇ ਹੈਗੇ ਕਾਫੀ ਵੈਕਸੀਨਾਂ ਨੂੰ ਲੈ ਕੇ, ਵੈਕਸੀਨ ਨਹੀਂ ਲਗਵਾਓਗੇ। ਕੀ ਇਹ ਤੁਹਾਡੀ ਜਥੇਬੰਦੀ ਦਾ ਫੈਸਲਾ ਹੈ ਕਿ ਸਿਰਫ ਕਿਸਾਨ ਮੋਰਚੇ ਵੱਲੋਂ ਫੈਸਲਾ ਲਿੱਤਾ ਗਿਆ ਕਿ ਇਹਦਾ ਵਿਰੋਧ ਹੋਏਗਾ, ਵੈਕਸੀਨ ਨਹੀਂ ਲਗਵਾਓਗੇ? ਨਹੀਂ ਲਾਉਣ ਦੀ ਤਾਂ ਨਹੀਂ ਕਹੀ ਅਸੀਂ। ਨਹੀਂ ਹਲੇ ਕਿਹਾ ਹੈ ਨਹੀਂ ਕਿਹਾ ਅਸੀਂ। ਨਹੀਂ ਇਹ ਗੱਲ ਅਸੀਂ ਇਹ ਨਹੀਂ ਕਿਹਾ ਵੀ ਵੈਕਸੀਨ ਅਸੀਂ ਨਹੀਂ ਲਵਾਉਂਦੇ। ਦੁਬਾਰਾ ਸਪਸ਼ਟ ਅਸੀਂ ਕਰ ਇਹ ਗੱਲ ਕਹਿ ਰਹੇ ਹਾਂ। ਚਲੋ ਸੁਖਦੇਵ ਨੇ ਕੀਤੀ ਹੈ ਇਹ ਗੱਲ, ਸੁਖਦੇਵ ਨੂੰ ਜਵਾਬ ਦੇਣਾ ਚਾਹੀਦਾ। ਮੈਂ ਦੁਬਾਰਾ ਸਪਸ਼ਟ ਕਰ ਦਿੰਦਾ ਜੇ ਕਿਸੇ ਨੂੰ ਭੁਲੇਖਾ ਰਹਿ ਗਿਆ ਤਾਂ। ਅਸੀਂ ਵੈਕਸੀਨ ਲਾਉਣ ਦਾ ਦੋ ਟੁੱਕ ਵਿਰੋਧ ਨਹੀਂ ਕੀਤਾ। ਅਸੀਂ ਧੱਕੇ ਨਾਲ ਢਾਹ ਕੇ ਜ਼ਬਰਦਸਤੀ ਵੈਕਸੀਨ ਲਾਉਣ ਦਾ ਵਿਰੋਧ ਕਿਹਾ। ਮੈਂ ਜਿਹੜੇ ਕੋਈ ਸ਼ੰਕੇ ਪੈਦਾ ਹੋਏ ਵੇ ਆ, ਜਿਹੜੇ ਵਿਅਕਤੀਆਂ ਦੇ ਉਹ ਸ਼ੰਕੇ ਨਿਕਲ ਗਏ ਉਹ ਲਵਾ ਲੈਣ, ਸਾਨੂੰ ਕੀ ਇਤਰਾਜ਼ ਹੈ। ਜੇ ਕੋਈ ਸ਼ੰਕੇ ਕਰਕੇ ਜਿਹੋ ਜਿਹੇ ਡਾਕਟਰਾਂ ਵੱਲੋਂ ਹੋਰ ਜਾਂ ਸ਼ੁਰੂ ਵੀ ਹੋ ਗਈਆਂ ਬਲੈਕ ਫੰਗਸ ਦੀਆਂ ਮੌਤਾਂ, ਕਾਲੀ ਉੱਲੀ ਨਾਲ ਮੌਤਾਂ। ਨਹੀਂ ਨਾ ਅਸੀਂ ਨਾ ਲਵਾਓ ਦੀ ਅਪੀਲ ਕਰਨੀ। ਇੱਕ ਮਿੰਟ, ਅਸੀਂ ਨਾ ਲਵਾਓ ਦੀ ਅਪੀਲ ਵੀ ਨਹੀਂ ਕਰਨੀ ਵੀ ਬਿਲਕੁਲ ਨਹੀਂ ਲਵਾਉਣਾ ਵੈਕਸੀਨ। ਅਸੀਂ ਇਹ ਵੀ ਅਪੀਲ ਨਹੀਂ ਕਰਨੀ ਵੀ ਸਾਰੇ ਲਵਾ ਲਓ। ਇਹ ਇਸ ਕਰਕੇ ਹੈ ਵੀ ਜਿਹੋ ਜਿਹੇ ਸ਼ੰਕੇ ਪੈਦਾ ਹੋ ਗਏ, ਸਾਨੂੰ ਆਪ ਨੂੰ ਵੀ ਲੱਗਦਾ ਜੇ ਅਸੀਂ ਕਹਿ ਦਿੱਤਾ ਵੀ ਸਾਰੇ ਲਵਾ ਲਓ, ਆ ਹੁਣ ਬਲੈਕ ਫੰਗਸ ਨਾਲ ਮੌਤਾਂ ਸ਼ੁਰੂ ਹੋ ਗਈਆਂ, ਸਾਡੇ ਤੇ ਦੋਸ਼ ਆਊਗਾ ਵੀ ਤੁਸੀਂ ਮਰਵਾਇਆ ਸਾਨੂੰ। ਵੈਕਸੀਨ ਲੱਗਣ ਤੋਂ ਬਾਅਦ ਵੀ ਬਲੈਕ ਫੰਗਸ ਨਾਲ ਮੌਤਾਂ ਹੋਈਆਂ, ਲੁਧਿਆਣੇ 'ਚ ਹੋਈਆਂ, ਦੂਰ ਨਾ ਜਾਓ, ਵੈਕਸੀਨ ਲੱਗਣ ਤੋਂ ਬਾਅਦ ਹੋਈਆਂ ਮੌਤਾਂ। ਉਹਦਾ ਜ਼ਿੰਮੇਵਾਰੀ ਸਾਡੇ ਤੇ ਆਊਗੀ। ਇਸ ਕਰਕੇ ਜਿੰਨਾ ਚਿਰ ਇਹ ਸਾਰੀਆਂ ਗੱਲਾਂ ਸਪਸ਼ਟ ਨਹੀਂ ਹੁੰਦੀਆਂ ਅਸੀਂ ਸੱਦਾ ਨਹੀਂ ਦੇਣਾ ਵੀ ਵੈਕਸੀਨ ਲਵਾਓ, ਨਾ ਇਹ ਕਹਿਣਾ ਵੀ ਨਾ ਲਵਾਓ। ਧੱਕਾ ਕਈ ਥਾਈਂ ਰਸਤੇ 'ਚ ਜਾਂਦਿਆਂ ਨੂੰ ਜਿੱਥੇ ਆ ਨਾਕੇ ਲੱਗੇ ਹੁੰਦੇ ਆ ਰੋਕ ਕੇ, ਦਿੱਲੀ 'ਚ ਵੀ ਹੋਇਆ, ਹੋਰਨੀ ਥਾਈਂ ਵੀ ਹੋਇਆ, ਰੋਕ ਕੇ ਵੈਕਸੀਨ ਲਵਾਈ ਜਾਂਦੀ ਹੈ, ਡਰਾ ਕੇ ਧਮਕਾ ਕੇ। ਨਹੀਂ ਫਿਲਹਾਲ ਤਾਂ ਕੋਈ ਨਹੀਂ ਹੈ। ਪ੍ਰਪੋਜ਼ਲ ਆਈ ਸੀ ਪਰ ਕੋਈ ਪਾਸ ਨਹੀਂ ਹੋਈ। ਉਸ ਤੋਂ ਬਾਅਦ ਮੈਂ ਉਧਰੋਂ ਆ ਗਿਆ ਸੀ, ਉਸ ਤੋਂ ਬਾਅਦ ਮੀਟਿੰਗ ਦੇ ਵਿੱਚ ਕੋਈ ਹੋਵੇ ਮੈਨੂੰ ਕਨਫਰਮ ਨਹੀਂ। ਕਰੋਨਾ ਜਿਹੜੀ ਹੈ ਇਹਨੇ ਕਿਸਾਨ ਅੰਦੋਲਨ ਦੀ ਵੱਡਾ ਸੰਕਟ ਪੈਦਾ ਕਰ ਦਿੱਤਾ, ਕਿਉਂਕਿ 22 ਜਨਵਰੀ ਤੋਂ ਬਾਅਦ 6 ਮਹੀਨੇ ਹੋ ਗਏ, 4 ਮਹੀਨੇ ਕੇਂਦਰ ਸਰਕਾਰ ਨੇ ਕੁਝ ਗੱਲਬਾਤ ਨਹੀਂ ਕੀਤੀ। ਔਰ ਕਰੋਨਾ ਕਾਰਨ ਜਿਵੇਂ ਅੱਜ ਵੀ ਤੁਸੀਂ ਪ੍ਰੋਗਰਾਮ ਦਿੱਤਾ, ਮੇਰੇ ਖਿਆਲ ਕਿਸਾਨ ਜਥੇਬੰਦੀਆਂ ਦਾ ਸੰਯੁਕਤ ਮੋਰਚੇ ਦਾ ਇੱਕੋ ਹੀ ਜ਼ੋਰ ਲੱਗਾ ਕਿ ਉਹ ਮੂਵਮੈਂਟ ਖੜੀ ਰਹੇ, ਅੱਗੇ ਨਹੀਂ ਵੱਧਦੀ, ਖੜੀ ਰਹੇ। ਮਤਲਬ ਕਰੋਨਾ ਨੇ ਕਾਫੀ ਨੁਕਸਾਨ ਪਹੁੰਚਾਇਆ। ਦੇਖੋ ਅਸੀਂ ਤਾਂ ਇਹਨੂੰ ਇਹ ਮੰਨਦੇ ਹਾਂ ਵੀ ਜਿਹੜੀ ਇਹ ਕਾਲੇ ਕਾਨੂੰਨ ਆਏ ਨੇ ਇਹ ਕਰੋਨਾ ਦੀ ਆੜ 'ਚ ਆਏ ਨੇ।
ਤੇ ਇੱਕ ਅੰਦੋਲਨ ਸ਼ੁਰੂ ਹੋ ਗਿਆ ਕਾਲੇ ਕਾਨੂੰਨਾਂ ਦੇ ਖਿਲਾਫ। ਇਹਦੀ ਵੋਟ ਲੈ ਕੇ ਹੋਈ ਅੰਦੋਲਨ ਨੂੰ ਫੇਲ ਕਰਨ ਦੀ ਸਾਜ਼ਿਸ਼ ਹੈ ਸਰਕਾਰ ਦੀ, ਪਾਲਿਸੀ ਹੈ, ਜ਼ੋਰ ਪਾਇਆ ਜਾ ਰਿਹਾ। ਹੁਣ ਸਾਡੇ ਵਾਸਤੇ ਸਵਾਲ ਇਹ ਹੈ ਵੀ ਸਾਡੇ ਤੇ 2 ਅਟੈਕ ਹੋ ਗਏ, ਇੱਕ ਕਾਲੇ ਕਾਨੂੰਨਾਂ ਦਾ, ਦੂਜਾ ਕਰੋਨਾ ਦਾ ਅਟੈਕ, ਤੇ ਦੋਨਾਂ 'ਚ ਸਾਡੀ ਮੌਤ। ਅਸੀਂ ਦੋਨਾਂ ਦਾ ਮੁਕਾਬਲਾ ਕਰਨ ਵਾਸਤੇ ਮਾਨਸਿਕ ਤੌਰ ਤੇ ਆਪ ਵੀ ਤਿਆਰ ਹਾਂ ਤੇ ਕੇਡਰ ਨੂੰ ਵੀ ਤਿਆਰ ਕਰ। ਸਾਹਿਬ, ਪੰਜਾਬ ਦੇ ਮੰਤਰੀ ਦਾ ਬਿਆਨ ਆਇਆ ਰਜਿੰਦਰ ਬਾਜਵਾ ਦਾ ਕਿ ਕਿਸਾਨ ਅੰਦੋਲਨ ਜਿਹੜਾ ਪੰਜਾਬ ਦੇ ਵਿੱਚ ਪਿੰਡਾਂ ਤੱਕ ਕਰੋਨਾ ਪਹੁੰਚ ਗਿਆ, ਜਿਹੜੀ ਕਿਸਾਨ ਅੰਦੋਲਨ ਵੀ ਇੱਕ ਕਾਰਨ ਮੰਨਦੇ ਨੇ, ਜ਼ਿੰਮੇਵਾਰੀ ਉਹਨਾਂ ਦੀ ਹੈਗੀ ਹੈ, ਤੁਸੀਂ ਮੰਨਦੇ ਹੋ? ਦੱਸ ਦਿਓ ਇੱਕ ਵੀ ਉਦਾਹਰਨ। ਸਭ ਤੋਂ ਵੱਧ ਮੌਤਾਂ ਬਿਹਾਰ 'ਚ ਹੋਈਆਂ ਨੇ। ਬਿਹਾਰ ਦੇ ਵਿੱਚ ਕਿਸਾਨ ਅੰਦੋਲਨ ਕਮਜ਼ੋਰ ਹੈ। ਗੰਗਾ ਦੇ ਵਿੱਚ ਡੈੱਡ ਬੋਡੀਆਂ ਕਿੱਥੋਂ ਆ ਗਈਆਂ? ਜਮਨਾ ਨਾਲ ਲੱਗਦੀ ਹੈ, ਜਮਨਾ 'ਚ ਡੈੱਡ ਬੋਡੀਆਂ ਕਿਉਂ ਨਹੀਂ ਆਈਆਂ? ਕਿਤੇ ਦੱਸ ਦਿਓ ਜਿੱਥੇ ਅੰਦੋਲਨ ਕਿਸਾਨਾਂ ਦਾ ਜ਼ੋਰਾਂ ਨਾਲ ਚੱਲਿਆ। ਹਰਿਆਣੇ 'ਚ ਚੱਲਦਾ ਜ਼ੋਰਾਂ ਨਾਲ, ਐਜੀਟੇਸ਼ਨ ਚੱਲਦੇ ਨੇ, ਵੱਡੇ ਇਕੱਠ ਹੁੰਦੇ ਨੇ। ਪੰਜਾਬ ਦੇ ਵਿੱਚ ਵੱਡੇ ਇਕੱਠ ਹੋਏ ਨੇ, ਉੱਥੇ ਕੋਈ ਐ ਲੱਗਿਆ ਹੋਵੇ। ਬੰਗਾਲ ਦੇ ਵਿੱਚ ਵੱਡੇ ਇਕੱਠ ਕੀਤੇ ਨੇ ਚੋਣਾਂ ਵੇਲੇ ਇਹਨਾਂ ਨੇ। ਜਾਣੀ ਕਿਸਾਨ ਅੰਦੋਲਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਵੀ ਕਰੋਨਾ ਫੈਲਾ ਰਿਹਾ। ਜਾਣੀ ਇੱਕ ਵੀ ਇੱਕ ਉਦਾਹਰਨ ਦੇ ਦਿਓ ਵੀ ਕਿਸਾਨ ਅੰਦੋਲਨ ਕਰਕੇ ਕਰੋਨਾ ਫੈਲਿਆ। ਅਸੀਂ ਤਾਂ ਸਗੋਂ ਇਹਦੀ ਬੱਚਤ ਦੀ ਖਾਤਰ ਅਸੀਂ ਉਪਰਾਲੇ ਕਰ ਰਹੇ ਹਾਂ। ਹਰਿਆਣੇ ਦੇ ਵਿੱਚ ਅੰਦੋਲਨ ਚੱਲ ਰਿਹਾ। ਹਰਿਆਣਾ ਸਰਕਾਰ ਨੇ ਦੱਸੋ ਵੀ ਕੀ ਉਪਰਾਲਾ ਕੀਤਾ? ਕੋਈ ਮੈਡੀਸਿਨ ਨਹੀਂ, ਕੋਈ ਡਾਕਟਰ ਨਹੀਂ, ਕੋਈ ਸੈਨੀਟਾਈਜ਼ਰ ਸਪਰੇਅ ਨਹੀਂ, ਕੋਈ ਵੈਂਟੀਲੇਟਰਾਂ ਦਾ ਪ੍ਰਬੰਧ ਨਹੀਂ, ਕੋਈ ਡਾਕਟਰਾਂ ਦਾ ਪ੍ਰਬੰਧ ਨਹੀਂ। ਕਦੇ ਜਾ ਕੇ ਮੋਰਚੇ 'ਚ ਪੁੱਛਿਆ ਨਹੀਂ, ਕਦੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਨਹੀਂ ਕੀਤੀ ਵੀ ਕੀ ਕਰਨਾ ਕਰੋਨਾ ਦਾ, ਕੋਈ ਪ੍ਰਬੰਧ ਨਹੀਂ। ਸਗੋਂ ਇੱਕ ਮਿੰਟ, ਸਗੋਂ ਇਦੋਂ ਉਲਟ ਮਿਸਾਲ ਹੈਗੀ ਆ। ਕਿਸਾਨ ਘੋਲ ਨਾਲ ਤਾਂ ਪ੍ਰਧਾਨ ਜੀ ਨੇ ਵਿਆਖਿਆ ਕਰਤੀ ਵੀ ਕਿਸਾਨਾਂ ਦੇ ਇਕੱਠਾਂ 'ਚ ਕਿਤੋਂ ਨਹੀਂ ਇਹ ਰਿਪੋਰਟ ਆਈ ਆ ਜਿਹੜੀਆਂ 400 ਤੋਂ ਉੱਤੇ ਮੌਤਾਂ ਹੋ ਗਈਆਂ ਉਹ ਵੀ ਸਾਰੀਆਂ ਪੋਸਟਮਾਰਟਮ ਹੋਇਆ, ਉਹ ਵਿਆਖਿਆ ਕਰਤੀ ਵੀ ਕਿਸਾਨ ਇਕੱਠਾਂ ਨੇ ਕਰੋਨਾ ਨਹੀਂ ਫੈਲਾਇਆ। ਇਹ ਗੱਲ ਸਾਫ਼ ਹੈ। ਪਰ ਆ ਜਿਹੜਾ ਕੁੰਭ ਦਾ ਮੇਲਾ 1 ਸਾਲ ਪਹਿਲਾਂ ਮਨਾਇਆ ਮਿੱਥ ਕੇ, ਕਿਉਂ ਮਨਾਇਆ ਸਰਕਾਰ ਨੇ? ਕੀ 1 ਸਾਲ ਮਗਰੋਂ ਨਹੀਂ ਸੀ ਮਨਾਇਆ ਜਾ ਸਕਦਾ? ਅਗਲੀ ਗੱਲ, ਕੁੰਭ ਦੇ ਮੇਲੇ ਤੋਂ 15 ਦਿਨਾਂ ਦੇ ਅੰਦਰ ਅੰਦਰ ਉੱਤਰਾਖੰਡ 'ਚ 68% ਵਾਧਾ ਹੋ ਗਿਆ ਕੇਸਾਂ ਦੇ ਵਿੱਚ, ਕਰੋਨਾ ਦੇ ਕੇਸਾਂ 'ਚ। ਰਿਪੋਰਟ ਹੈ ਬਕਾਇਦਾ ਪ੍ਰੈਸ ਦੀ। ਕੀ ਜਵਾਬ ਦਿਓਗੇ ਇਹਦਾ? ਕੌਣ ਜ਼ਿੰਮੇਵਾਰ ਹੈ? ਕਿਸਾਨ ਘੋਲ ਜ਼ਿੰਮੇਵਾਰ ਹੈ ਕਿ ਸਰਕਾਰਾਂ ਜ਼ਿੰਮੇਵਾਰ ਹੈ? ਸਿੱਧਾ ਸਪਸ਼ਟ। ਮੰਤਰੀ ਕਹਿੰਦਾ ਵੀ ਜਿਹੜੇ ਦਿੱਲੀ ਤੋਂ ਕਿਸਾਨ ਆ ਰਹੇ ਨੇ ਉਹਨਾਂ ਕਰਕੇ ਦਿਹਾਤੀ ਪਿੰਡਾਂ 'ਚ ਜਿਹੜਾ ਹੈ ਕਰੋਨਾ ਵੱਧ ਰਿਹਾ, ਉਹਨਾਂ ਨੂੰ ਟੈਸਟ ਕਰਵਾ ਕੇ ਆਉਣਾ ਚਾਹੀਦਾ। ਮੰਤਰੀ ਤਾਂ ਉਹਨਾਂ ਦਾ ਕਿੱਤਾ ਝੂਠ ਬੋਲਣਾ। ਕਿਹੜਾ ਡਾਟਾ ਉਹਨਾਂ ਕੋਲ ਜਿਹੜੇ ਡਾਟੇ ਦੇ ਆਧਾਰ ਤੇ ਕਹਿ ਰਹੇ? ਅਸੀਂ ਡਾਟਾ ਦੇਤਾ, ਮੰਤਰੀ ਇਹਦਾ ਜਵਾਬ ਦੇਵੇ, ਆਪ ਡਾਟਾ ਦੇਵੇ ਵੀ ਤੁਹਾਡੇ ਕਿਸਾਨ ਘੋਲ ਦੇ ਸਦਕਾ ਆ ਜਿਹੜੇ ਪਿੰਡਾਂ 'ਚ ਵੀ ਫੈਲਣ ਦੀ ਗੱਲ ਕਰਦੇ ਆ। ਦੇਖੋ ਜੀ, ਪਿੰਡਾਂ 'ਚ ਵੀ ਵੱਡੀ ਪੱਧਰ ਤੇ ਜੇ ਕਿਸੇ ਪਿੰਡ 'ਚ ਹੋਈਆਂ, ਇੱਕ ਪਿੰਡ ਬਠਿੰਡੇ 'ਚ ਵੀ ਹੈਗਾ, ਇੱਕ ਪਿੰਡ ਇੱਧਰ ਹਰਿਆਣਾ 'ਚ ਵੀ ਹੈਗਾ, ਜਿੱਥੇ ਇੱਕੋ ਪਿੰਡ 'ਚ ਹੀ 60-65 ਮੌਤਾਂ ਹੋ ਗਈਆਂ। ਉਹਨਾਂ 'ਚੋਂ ਇੱਕ ਵੀ ਪਰਿਵਾਰ ਕਿਸਾਨ ਘੋਲ 'ਚ ਨਹੀਂ ਆਇਆ, ਇੱਕ ਵੀ। ਕਿਵੇਂ ਕਹਿ ਦਿਓਗੇ ਵੀ ਇਹ ਕਿਸਾਨ ਘੋਲ ਫੈਲਾ ਰਿਹਾ? ਮੰਤਰੀਆਂ ਦਾ ਤਾਂ ਕਿੱਤਾ ਝੂਠ ਬੋਲਣਾ। ਝੂਠ ਦੇ ਸਿਰ ਤੇ ਉਹਨਾਂ ਦਾ ਰਾਜ ਚੱਲਦਾ। ਵੋਟਾਂ ਵੇਲੇ ਕੁਝ ਹੋਰ ਵਾਅਦੇ ਕਰਦੇ ਆ, ਮਗਰੋਂ ਅਮਲ 'ਚ ਕੁਝ ਹੋਰ ਕਰਦੇ ਆ। ਇਹ ਸਾਰਿਆਂ ਦੇ ਸਾਹਮਣੇ ਆ। ਦੇਖੋ ਤਰਲੋਚ ਜੀ, ਮੈਂ ਤੁਹਾਨੂੰ ਸਾਫ਼ ਕਰਨੀ ਚਾਹੁੰਦਾ ਗੱਲ ਇੱਕ, ਵੀ ਮੈਂ ਜਾਨੀ ਮੋਰਚੇ ਦੇ ਵਿੱਚ ਹਾਂ। ਮੋਰਚੇ ਦੇ ਵਿੱਚ ਕਰੋਨਾ ਨੂੰ ਲੈ ਕੇ ਜਿਹੜੇ ਮਾਸਕ ਨੇ, ਮਾਸਕ ਬਹੁਤ ਘੱਟ ਬੰਨ੍ਹਦੇ। ਤੁਸੀਂ ਫੋਟੋਆਂ ਦੇਖ ਕੇ ਉਹਨੇ, ਤੁਸੀਂ ਚੈਨਲ ਵਾਲੇ ਜਾਣਦੇ ਹੋ, ਸਾਡੇ ਮਾਸਕ ਬਹੁਤ ਘੱਟ ਬੰਨ੍ਹਦੇ ਆ। ਹੁਣ ਅਸੀਂ ਜ਼ੋਰ ਲਾਇਆ ਵੀ ਮਾਸਕ ਬਣਾਓ, ਸਾਰਿਆਂ ਨੂੰ ਡਿਸਟੈਂਸ ਵੀ ਰੱਖੋ। ਜਿਹੜੇ ਤੁਸੀਂ ਕੱਟ-ਕੁੱਟ ਕਰਦੇ ਆ, ਜਿਵੇਂ ਹੁਣ ਅਸੀਂ ਹਰ ਰੋਜ਼ ਸਾਡੀ ਸਟੇਜ ਲੱਗਦੀ ਹੈ, ਸਾਡਾ ਆਪਦੀ ਜਥੇਬੰਦੀ ਦਾ 1500-1800 ਬੰਦਾ ਇਕੱਠਾ ਹੁੰਦਾ ਹੈ। ਅਸੀਂ ਡਿਸਟੈਂਸ ਰੱਖਣ ਵਾਸਤੇ ਹੁਣ ਹਦਾਇਤਾਂ ਕੀਤੀਆਂ ਨੇ। ਸੈਨੀਟਾਈਜ਼ਰ ਦਾ ਪ੍ਰਬੰਧ ਸਾਡਾ ਆਪਦਾ ਹੈ। ਹਰੇਕ ਕੈਂਪ 'ਚ ਪੈਰਾਸਟਾਮੋਲ ਤੇ ਵਿਟਾਮਿਨ ਸੀ ਦੀਆਂ ਗੋਲੀਆਂ ਦਾ ਪ੍ਰਬੰਧ ਸਾਡਾ ਆਪਦਾ ਕੀਤਾ। ਹਰੇਕ ਕੈਂਪ ਦੇ ਵਿੱਚ ਇਹ ਹਦਾਇਤਾਂ ਨੇ ਵੀ ਸ਼ਾਮ ਨੂੰ ਕਾੜਾ ਜ਼ਰੂਰ ਕਰੋ ਤੇ ਪਿਆਓ ਬੰਦਿਆਂ। ਇਹ ਰੋਜ਼ ਮੀਟਿੰਗ ਸਾਡੀ 8 ਤੋਂ 9 ਵਜੇ ਤੱਕ ਰੋਜ਼ ਸੂਬਾ ਕਮੇਟੀ ਦੀ ਮੀਟਿੰਗ ਹੁੰਦੀ ਹੈ, ਤੇ ਉਹ ਮੀਟਿੰਗ ਦੇ ਵਿੱਚ ਹਦਾਇਤਾਂ ਨੇ 4 ਤੋਂ 6 ਵਜੇ ਤੱਕ ਸਾਡੀਆਂ ਜ਼ਿਲ੍ਹਾ ਤੇ ਬਲਾਕਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਹਰ ਰੋਜ਼। ਉੱਥੇ ਬਕਾਇਦਾ ਇਸ ਏਜੰਡੇ ਤੇ ਗੱਲ ਹੋਈ। ਸੰਭੂ ਬਾਰਡਰ ਦੇ ਉੱਤੇ 1 ਲੱਖ ਰੁਪਏ ਦੀਆਂ ਮੈਡੀਸਿਨਾਂ ਤੇ ਉਹਨਾਂ ਨੇ 15-20 ਬੈੱਡਾਂ ਦਾ ਹਸਪਤਾਲ ਬਣਾ ਕੇ ਡਾਕਟਰ ਦਾ ਪ੍ਰਬੰਧ ਕੀਤਾ। ਟਿਕਰੀ ਦੇ ਵੀ ਇੱਕ ਡਾਕਟਰ ਅਸੀਂ ਨੇ ਤੈਨਾਤ ਕੀਤਾ ਹੋਇਆ, ਜਿਹੜਾ ਕੈਂਪ ਦੇ ਵਿੱਚ ਜਾ ਕੇ ਦਵਾਈਆਂ ਵਗੈਰਾ ਦਿੰਦਾ ਜਾਂ ਮਰੀਜ਼ਾਂ ਨੂੰ
ਜਾ ਕੇ ਚੈੱਕ ਵੀ ਕਰਦਾ। 1-2 ਡਾਕਟਰਾਂ ਦਾ ਪ੍ਰਬੰਧ ਅਸੀਂ ਹੋਰ ਕਰਨ ਚੱਲੇ ਤੇ ਟਿੱਕਰੀ ਦੇ ਵਿੱਚ ਵੀ ਅਸੀਂ 20 ਬੈੱਡਾਂ ਦਾ ਇੱਕ ਛੋਟਾ ਜਿਹਾ ਹਸਪਤਾਲ ਡਾਕਟਰ ਦੀ ਰਾਏ ਕਰਕੇ ਬਣਾਉਣ ਜਾ ਰਹੇ। ਤੇ ਸਾਨੂੰ ਤੁਸੀਂ ਆਪ ਜਾਓ ਉੱਥੇ, ਤੁਸੀਂ ਜਾਂਦੇ ਰਹਿੰਦੇ, ਤੁਹਾਡੇ ਤੋਂ ਸਾਥੀ ਜਾਂਦੇ ਰਹਿੰਦੇ ਆ, ਵੀ ਜੇ ਟਿੱਕਰੀ ਤੇ ਸੰਭੂ ਬਾਰਡਰ ਦੇ ਵਿੱਚ ਤੁਸੀਂ ਜਾਓ, ਮੋਰਚੇ 'ਚ ਜਾਓ, ਐ ਨਹੀਂ ਲੱਗਦਾ ਵੀ ਇੱਥੇ ਕਰੋਨਾ ਹੈਗਾ। ਹਾਂਜੀ, ਸੰਸਦ ਵੱਲ ਪੈਦਲ ਮਾਰਚ ਦਾ ਫੈਸਲਾ ਅੱਗੇ ਪਾ ਦਿੱਤਾ ਗਿਆ ਸੀ ਕਰੋਨਾ ਕਰਕੇ। ਕੀ ਲੱਗਦਾ ਕਿ ਜਥੇਬੰਦੀਆਂ ਨੇ ਸਾਰੀ ਅਗਲੀਆਂ ਕਾਰਵਾਈਆਂ ਆਪਣੀਆਂ ਇਸ ਲਈ ਰੋਕੀਆਂ ਕਿ ਕਰੋਨਾ ਦੀ ਆੜ ਦੇ ਵਿੱਚ ਸਾਡੇ ਵੀ ਦੋਸ਼ ਨਾਲ ਨਿਕਲ ਜਾਣ, ਥੋੜੀ ਦੇਰ ਤੱਕ ਸਿਰਫ ਅੰਦੋਲਨ ਨੂੰ ਖੜਾ ਰੱਖਣਾ ਇੱਕ ਮਜਬੂਰੀ ਬਣ ਗਈ ਜਥੇਬੰਦੀਆਂ ਦੀ? ਨਹੀਂ, ਇਹ ਪੈਦਲ ਮਾਰਚ ਕਰਕੇ ਦੇਖੋ, ਯੂਪੀ ਨਿਸ਼ਾਨਾ ਹੈ। ਅੱਜ ਦੀ ਘੜੀ ਹੁਣ ਦੀ ਹਾਲਤ ਜਿਹੜੀ ਬਣੀ ਹੋਈ ਹੈ, ਹੁਣ ਦੀ ਹਾਲਤ ਇਹ ਬਣੀ ਹੋਈ ਹੈ ਵੀ ਅਗਲਾ ਐਕਸ਼ਨ ਪ੍ਰੋਗਰਾਮ ਤੋਂ ਦੇਣ ਤੋਂ ਪਹਿਲਾਂ ਸਾਡੇ ਵਾਸਤੇ ਇਹ ਹਾਲਤ ਨੂੰ ਸਾਹਮਣਾ ਬਹੁਤ ਜ਼ਰੂਰੀ ਬਣਿਆ ਵਾ। ਇਸ ਕਰਕੇ ਜਿਹੜੇ ਪ੍ਰੋਗਰਾਮ ਹੁਣੇ ਅਸੀਂ, ਅਗਲਾ ਮਿਸ਼ਨ ਸੀ ਸਾਡਾ ਯੂਪੀ ਦਾ, ਯੂਪੀ ਉੱਤਰਾਖੰਡ ਦੇ ਵਿੱਚ ਵੱਡੀਆਂ ਰੈਲੀਆਂ ਕਰਨ ਦਾ ਸਾਡਾ ਬਣਿਆ ਹੋਇਆ ਪ੍ਰੋਗਰਾਮ, ਉਹ ਸੀਗਾ ਸਾਡਾ। ਸੰਸਦ ਮਾਰਚ ਵਾਲਾ ਵੀ ਸਾਡਾ ਸੀਗਾ, ਅਸੀਂ ਉਹ ਮੁਲਤਵੀ ਕੀਤਾ, ਕੈਂਸਲ ਨਹੀਂ ਕੀਤਾ। ਪਰ ਜਿਹੜੇ ਵੀ ਪ੍ਰੋਗਰਾਮ ਅਗਲੇ ਦੇਣੇ ਨੇ ਐਕਸ਼ਨ ਪ੍ਰੋਗਰਾਮ, ਉਹ ਇਹ ਕਰੋਨਾ ਕਰਕੇ ਅਜੇ ਡਿਲੇ ਹੋ ਰਹੇ ਆ। ਸਾਡੇ ਵਾਸਤੇ ਮੁੱਖ ਬਣ ਗਿਆ ਹੁਣ ਇਹਨੂੰ ਸਾਂਭਣ ਦਾ ਤੇ ਮੋਰਚੇ ਦੇ ਵਿੱਚ ਗਿਣਤੀ ਮੇਨਟੇਨ ਰੱਖਣ ਦਾ ਤੇ ਉਹਨੂੰ ਸੇਫ ਰੱਖਣ। ਇਹ ਸਾਡੇ ਵਾਸਤੇ ਮੁੱਖ ਕੰਮ ਨਿਕਲਿਆ। ਰਾਣਾ ਸਾਹਿਬ, ਤੁਸੀਂ ਆਪਣੇ ਇੱਕ ਸਟੇਜ ਤੇ ਬੋਲਿਆ ਸੀ ਕਿ ਜੇਕਰ ਸੰਯੁਕਤ ਕਿਸਾਨ ਮੋਰਚਾ ਸੰਸਦ ਵੱਲ ਮਾਰਚ ਕਰਦਾ ਤਾਂ ਕਰੇ ਸਾਡੀ ਜਥੇਬੰਦੀ ਦਾ ਸਟੈਂਡ ਆ ਕਿ ਅਸੀਂ ਤਾਂ ਨਹੀਂ ਕਰਾਂਗੇ। ਕਿ ਜੇ ਹੁਣ ਇਹ ਤੋਂ ਅੱਗੇ ਜੇਕਰ ਪ੍ਰੋਗਰਾਮ ਬਣਦਾ ਸਾਡੀ ਜਥੇਬੰਦੀ ਦਾ ਸਟੈਂਡ? ਦੇਖੋ, ਨਾਲ ਤੁਸੀਂ ਸੁਣਿਆ ਨਹੀਂ ਹੋਣਾ, ਕਿਸੇ ਦਬਾਅ ਹੇਠ ਅਸੀਂ ਕਦੇ ਮਾਰਚ, ਹੁਣ ਵੀ ਤੁਹਾਨੂੰ ਕਹਿੰਦੇ ਹਾਂ ਵੀ ਕਿਸੇ ਦੇ ਦਬਾਅ ਹੇਠ ਅਸੀਂ ਕਿਸੇ ਪਾਸੇ ਮਾਰਚ ਨਹੀਂ ਕਰਾਂਗੇ। ਸਾਡੀ ਜਥੇਬੰਦੀ ਦਾ ਫੈਸਲਾ ਸਟੇਜ ਤੋਂ ਵੀ ਮੈਂ ਕਿਹਾ, ਮੈਂ ਮੀਟਿੰਗ ਦੇ ਵਿੱਚ ਵੀ ਕਿਹਾ ਵੀ ਕਿਸੇ ਦਬਾਅ ਹੇਠ ਆ ਕੇ ਕੋਈ ਕਹੇ ਵੀ ਤੁਸੀਂ ਮਾਰਚ ਕਰੋ, ਅਸੀਂ ਨਹੀਂ ਕਰਾਂਗੇ। ਅਸੀਂ ਜਦੋਂ ਸਾਡੀ ਰਾਏ ਬਣ ਗਈ ਜਥੇਬੰਦੀਆਂ ਦੀ, ਉਦੋਂ ਅਸੀਂ ਮਾਰਚ ਕਰਾਂਗੇ। ਸਾਡੀ ਜਥੇਬੰਦੀ ਦੀ ਅੰਦਰਲੀ ਪੋਜੀਸ਼ਨਸ। ਦਬਾਅ ਵਾਲੀ ਤਾਂ ਬਹੁਤ ਲੰਮੀ ਚੌੜੀ ਗੱਲ ਹੈ, ਜ਼ਿਆਦਾ ਵੈਸੇ। ਹਾਂਜੀ, ਇਹ ਖਾਸੀ ਲੰਮੀ ਬਹਿਸ ਹੈ। ਦਬਾਅ ਸਮਝ ਲਓ ਵੀ ਤੁਸੀਂ ਦਬਾਅ ਕਿਸੇ ਗੱਲ ਦਾ ਵੀ ਕੋਈ ਮਜਬੂਰ ਕਰੇ। ਰਾਣਾ ਸਾਹਿਬ, ਤੁਸੀਂ ਕਿਹਾ ਕਿ ਅਸੀਂ ਆਪਣੇ ਪ੍ਰਬੰਧ ਕੀਤੇ ਹੋਏ ਆ, ਸੈਨੀਟਾਈਜ਼ਰ ਤੇ ਵਿਟਾਮਿਨ ਸੀ ਦੀਆਂ ਗੋਲੀਆਂ, ਹੋਰ ਵੀ ਪ੍ਰਬੰਧਾਂ ਦਾ ਤੁਸੀਂ ਕੀਤਾ। ਤੁਸੀਂ ਆਪਣੀ ਪ੍ਰਬੰਧ ਕਰੋਗੇ, ਸੰਯੁਕਤ ਕਿਸਾਨ ਮੋਰਚਾ ਹੋਵੇ ਜਾਂ ਸਾਡੀ ਜਥੇਬੰਦੀ ਹੋਵੇ, ਜਾਂ ਫਿਰ ਹਰਿਆਣਾ ਪ੍ਰਸ਼ਾਸਨ ਜੇਕਰ ਇਹੀ ਪ੍ਰਬੰਧ ਉਹ ਕਰਦਾ ਹੈ ਤਾਂ ਉਹਨਾਂ ਨੂੰ ਵੀ ਮਜਬੂਰ ਕਰੋਗੇ ਕਿ ਹਾਂ ਜੀ ਤੁਸੀਂ ਇਹ ਪ੍ਰਬੰਧ ਕਰ ਦਿਓ ਤੇ ਅਸੀਂ ਤੁਹਾਨੂੰ? ਅਸੀਂ ਤਾਂ ਮੰਗ ਕਰ ਰਹੇ ਹਾਂ, ਅਸੀਂ ਤਾਂ ਮੰਗ ਕਰ ਰਹੇ ਹਾਂ ਵੀ ਹਰਿਆਣਾ ਸਰਕਾਰ ਕਰੇ, ਪੰਜਾਬ ਸਰਕਾਰ ਕਰੇ। ਅਸੀਂ ਤਾਂ ਮੰਗ ਕਰਦੇ ਹਾਂ। ਅਸੀਂ ਫਿਰ ਉਹਨਾਂ ਕਦੀ ਢੀਕੀ ਜਾਈਏ, ਬੰਦੇ ਮਰੀ ਜਾਣ। ਦੇਖੋ, ਅਸੀਂ, ਉਹਨਾਂ ਨੇ ਅਜੇ ਤੱਕ ਸਾਡੇ ਨਾਲ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਵੀ ਅਸੀਂ ਪ੍ਰਬੰਧ ਕਰ ਰਹੇ ਹਾਂ। ਉਹਨਾਂ ਨੇ ਕਦੇ ਨਹੀਂ ਕਿਹਾ। ਉਹਨਾਂ ਨੇ ਕਿਹਾ ਸੀ ਵੀ ਅਸੀਂ ਵੈਕਸੀਨ ਲਾਉਣ ਆ ਜਾਈਏ। ਸੰਯੁਕਤ ਮੋਰਚੇ ਨਾਲ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਸੀ ਵੀ ਆ ਜਾਓ, ਜਿਹੜਾ ਲਵਾਉਣਾ ਚਾਹੁੰਦਾ ਲਵਾ ਲਓ। ਸਾਡੀ ਜਥੇਬੰਦੀ ਵੱਲੋਂ ਇਹ ਵੀ ਜਿਹੜਾ ਲਵਾਉਣਾ ਚਾਹੁੰਦਾ ਲਵਾ ਲਓ। ਫਿਰ ਮੇਰੇ ਖਿਆਲ 'ਚ ਸੰਭੂ ਬਾਰਡਰ ਤੋਂ ਤਾਂ ਇਹ ਵੀ ਲਿਖ ਕੇ ਦਿੱਤਾ ਵੀ ਲਾ ਜਾਓ। ਯਾਨੀ ਅਸੀਂ ਹਰੇਕ ਜਥੇਬੰਦੀ, ਹੁਣ ਟਿੱਕਰੀ ਬਾਰਡਰ 'ਤੇ ਅਜੇ ਤੱਕ ਉਹਨਾਂ ਨੇ ਕੋਈ ਮੈਸੇਜ ਨਹੀਂ ਘੱਲਿਆ ਵੀ ਅਸੀਂ ਤੁਹਾਡੇ ਕੋਲ ਡਾਕਟਰ ਭੇਜਾਂਗੇ। ਅਸੀਂ ਤਾਂ ਮੰਗ ਕਰਦੇ ਹਾਂ ਵੀ ਸਾਡੇ ਕੋਲ ਆਓ, ਸਾਨੂੰ ਦਵਾਈਆਂ ਦਿਓ, ਸਾਡਾ ਇਲਾਜ ਕਰੋ, ਰੋਕਾਂਗੇ। ਕੀਤੀ ਹੈ ਜਿਵੇਂ ਇੱਕ ਮਿੰਟ, ਉਧਰੋਂ ਭਾਜੀ ਦੀ ਗੱਲ ਜਿਹੜੀ ਆਈ ਸੀ ਅੱਧੀ ਰਹਿ ਗਈ। ਕੱਲੀ ਇਹ ਵੈਕਸੀਨ ਵਾਲੀ ਗੱਲ ਪ੍ਰਧਾਨ ਜੀ ਨੇ ਕਰਤੀ, ਟੈਸਟਾਂ ਵਾਲੀ ਗੱਲ ਕੀਤੀ ਆ ਉਹਨਾਂ ਨੇ ਪ੍ਰਬੰਧਾਂ 'ਚ ਵੀ ਜੇ ਉਹ ਟੈਸਟਾਂ ਦਾ ਪ੍ਰਬੰਧ ਕਰਦੇ ਆ ਤੁਸੀਂ ਕਰਵਾਓਗੇ। ਜਿਵੇਂ ਵੈਕਸੀਨ ਦੇ ਮਾਮਲੇ 'ਚ ਸ਼ੰਕੇ ਖੜੇ ਹੋਏ ਵੇ ਆ, ਇਵੇਂ ਟੈਸਟਾਂ ਦੇ ਮਾਮਲੇ 'ਚ ਵੀ ਵੱਡੇ ਸ਼ੰਕੇ ਖੜੇ ਹੋਏ ਵੇ ਆ। ਬਿਨਾਂ ਕਿਸੇ ਕਰੋਨੇ ਤੋਂ ਪੋਜ਼ਿਟਿਵ ਡਿਕਲੇਅਰ ਕਰ ਦਿੱਤੇ ਜਾਂਦੇ ਆ, ਹੋਰ ਥਾਂ ਤੋਂ ਜਾ ਕੇ ਟੈਸਟ ਹੁੰਦਾ ਤਾਂ ਉਹੀ ਨੈਗੇਟਿਵ ਆ ਜਾਂਦਾ। ਇਹੋ ਜਿਹੀ ਇੱਕ ਨਹੀਂ ਅਨੇਕਾਂ ਮਿਸਾਲਾਂ ਆ ਚੁੱਕੀਆਂ, ਪਿਛਲੇ ਸਾਲ ਵੀ ਆਈਆਂ ਸੀ, ਹੁਣ ਵੀ ਆ ਚੁੱਕੀਆਂ। ਹੁਣ ਤਾਂ ਸਗੋਂ ਇਹੋ ਜਿਹੀ ਮਿਸਾਲ ਵੀ ਆ ਗਈ, ਬਕਾਇਦਾ ਵੀਡੀਓ ਵਾਇਰਲ ਹੋਈ ਵੀ ਹੈ ਸੋਸ਼ਲ ਮੀਡੀਆ 'ਤੇ, ਵੀ ਮੈਂ ਕੋਈ ਸੈਂਪਲ ਨਹੀਂ ਦਿੱਤਾ, ਮੇਰੇ ਘਰੇ ਟੈਸਟ ਰਿਪੋਰਟ ਪੋਜ਼ਿਟਿਵ ਆ ਗਈ। ਹੁਣ ਇਹ ਟੈਸਟਾਂ ਰਾਹੀਂ ਸਰਕਾਰ ਦਖਲ ਦੇ ਕੇ ਕਰਵਾ ਸਕਦੀ ਆ ਵੀ ਉਹ ਕਹਿ ਦੇਵੇ ਇੱਥੇ ਤਾਂ ਅੱਧੋਂ ਬਾਹਲੇ ਕਿਸਾਨ ਪੋਜ਼ਿਟਿਵ ਹੈ। ਇਹ ਤਾਂ ਇਹਨਾਂ ਦਾ ਗਲਤ ਧਰਨਾ। ਇਸ ਕਰਕੇ ਅਸੀਂ, ਇੱਕ ਮਿੰਟ ਪੂਰੀ ਸੁਣ ਲਿਓ,
ਜਦੋਂ ਲੋੜ ਮਹਿਸੂਸ ਹੁੰਦੀ ਹੈ ਅਸੀਂ ਵੀ ਟੈਸਟ ਕਰਾਉਂਦੇ ਆ। ਪ੍ਰਧਾਨ ਜੀ ਨੂੰ ਲੋੜ ਮਹਿਸੂਸ ਹੋਈ ਸੀ, ਕਰਾਇਆ ਸੀ ਟੈਸਟ, ਇਲਾਜ ਵੀ ਕਰਾਇਆ ਦਾਖਲ ਹੋ ਕੇ। ਜਦੋਂ ਲੋੜ ਮਹਿਸੂਸ ਹੋਊਗੀ ਕਰਾਵਾਂਗੇ। ਧੱਕੇ ਨਾਲ ਸਾਰਿਆਂ ਦੇ ਟੈਸਟ ਕਰਨੇ ਨਹੀਂ ਹੋਣ ਦਿਆਂਗੇ, ਜਿਵੇਂ ਵੈਕਸੀਨ ਦੀ ਧੱਕੇ ਨਾਲ। ਇੱਕ ਪਾਸੇ ਇਹ ਸਰਕਾਰ ਪ੍ਰਬੰਧ ਕਰੇ ਤੱਕ, ਦੂਸਰੇ ਪਾਸੇ ਨਾ ਤੁਸੀਂ ਉਹਦੀ ਵੈਕਸੀਨ ਮੰਨਦੇ ਜੇ, ਨਾ ਟੈਸਟ ਮੰਨਦੇ ਜੇ, ਆਪਣੇ ਕਾੜੇ ਨੂੰ ਮੰਨਦੇ ਜੇ। ਤੁਸੀਂ ਕੰਫਿਊਜ਼ ਨਹੀਂ ਕਰ ਰਹੇ, ਭੰਬਲ ਭੂਸਾ ਨਹੀਂ ਕਰਿਆ ਕਰ ਰਹੇ। ਉਸ ਨਾਲ ਕਾੜਾ ਕੋ ਪੀਂਦੇ ਜੇ, ਕਰੋਨਾ ਹੈ ਹੀ ਨਹੀਂ, ਕਿਉਂ ਕਾੜਾ ਪੀਂਦੇ? ਇੱਕ ਤਾਂ ਤਰਲੋਚਨ ਜੀ ਤੁਹਾਡਾ ਇਹ ਸਵਾਲ ਨਹੀਂ ਠੀਕ ਵੀ ਅਸੀਂ ਇਹ ਕਹਿ ਰਹੇ ਹਾਂ ਵੀ ਕਰੋਨਾ ਹੈ ਨਹੀਂ। ਅਸੀਂ ਸਭ ਤੋਂ ਪਹਿਲੇ ਜਥੇਬੰਦੀ ਹੈ ਜਿਹਨੇ ਸਭ ਇਹ ਤੁਹਾਡਾ ਸਵਾਲ ਨਹੀਂ ਠੀਕ ਤੁਹਾਡਾ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਕਰੋਨਾ ਮੰਨਦੇ। ਤੁਹਾਡਾ ਤੁਸੀਂ ਸਵਾਲ ਇਹ ਸਵਾਲ ਨਹੀਂ ਤੁਸੀਂ ਕਰ ਸਕਦੇ। ਅਸੀਂ ਪਹਿਲਾਂ ਵਿਆਖਿਆ ਕੀਤੀ ਵੀ ਸਭ ਤੋਂ ਪਹਿਲੀ ਜਥੇਬੰਦੀ ਹੈ ਜਿਹਨੇ ਕਰੋਨਾ ਨੂੰ ਮੰਨਿਆ ਵੀ ਕਰੋਨਾ ਹੈਗਾ। ਸਭ ਤੋਂ ਪਹਿਲਾਂ ਇਕਾਂਤਵਾਸ ਅਸੀਂ ਆਪਣੀ ਲੀਡਰਸ਼ਿਪ ਕੀਤੀ ਹੈ। ਲਗਾਤਾਰ ਮਾਰਚ ਤੋਂ ਲੈ ਕੇ ਜੁਲਾਈ ਅਗਸਤ ਤੱਕ 30 ਅਗਸਤ ਤੱਕ ਅਸੀਂ ਇਕਾਂਤਵਾਸ ਰਹੇ ਹਾਂ। ਆਪ ਵੀ ਸਾਡੇ ਤਕਰੀਬਨ 55 ਬੰਦੇ ਜਿਹੜੇ ਜ਼ਿਲ੍ਹੇ ਤੋਂ ਲੈ ਕੇ ਬਲਾਕ ਤੱਕ 50 ਤੋਂ ਉੱਪਰਲੀ ਏਜ ਦੇ ਬੰਦੇ ਸੀ, ਉਹ ਸਾਰੇ ਇਕਾਂਤ ਰਹੇ ਆ। ਅਸੀਂ ਉਦੋਂ ਬਾਹਰ ਨਿਕਲੇ ਜਦੋਂ ਹਮਲਾ ਅਟੈਕ ਵੱਡਾ ਆ ਗਿਆ। ਉਹ ਅਟੈਕ ਦੀ ਜਾਰੀ ਅਸੀਂ ਅੱਜ ਵੀ ਮੰਨਦੇ ਹਾਂ। ਜਿਹੜੀਆਂ ਗੱਲਾਂ ਤੇ ਸਾਨੂੰ ਸ਼ੰਕੇ ਖੜੇ ਆ, ਜਿਵੇਂ ਤੁਸੀਂ ਕਹਿੰਦੇ ਵੀ ਕੁਝ ਮੰਨਦੇ ਨਹੀਂ, ਵੈਕਸੀਨ ਨੂੰ ਨਹੀਂ ਮੰਨਦੇ। ਵੈਕਸੀਨ ਨੂੰ ਕੌਣ ਨਹੀਂ ਮੰਨਦਾ? ਫ੍ਰੀ ਇੰਜੈਕਸ਼ਨ ਲੱਗਣਾ, ਮੌਤ ਤੋਂ ਇੰਜੈਕਸ਼ਨ ਬਚਾਉਣ ਵਾਲਾ ਇੰਜੈਕਸ਼ਨ ਸਾਡੇ ਫ੍ਰੀ ਲੱਗਣਾ। ਕਿਹੜਾ ਬੰਦਾ ਇਨਕਾਰ ਕਰੂਗਾ ਜੀ? ਕਾਨਫੀਡੈਂਸ ਹੈ ਬਾਈ, ਕਾਨਫੀਡੈਂਸ ਟੁੱਟਿਆ ਹੋਇਆ, ਭਰੋਸਾ ਟੁੱਟਿਆ ਹੋਇਆ, ਮੌਤਾਂ ਹੋ ਰਹੀਆਂ ਨੇ, ਐਵੀਡੈਂਸ ਹੈ। ਹਰਿਆਣੇ ਦੇ ਵਿੱਚ ਇੱਕ ਕਿਸਾਨ ਨੇ, ਜਦੋਂ ਅਸੀਂ ਇੱਥੇ ਮੀਟਿੰਗ ਦੇ ਵਿੱਚ ਰੱਖੀ ਗੱਲ, ਉਹ ਕਹਿੰਦੇ ਵੀ ਸਾਡੇ 3 ਬੰਦਿਆਂ ਦੇ ਇੰਜੈਕਸ਼ਨ ਲੱਗੇ, ਤਿੰਨਾਂ ਨੂੰ ਬੁਖਾਰ ਆਇਆ, ਦੂਜੇ ਦਿਨ ਫਿਰ ਬੁਖਾਰ ਆਉਂਦਾ ਇਹਦੇ ਵਿੱਚ, ਦੂਜੇ ਦਿਨ ਫਿਰ ਬੁਖਾਰ ਆਇਆ, ਦੂਜੇ ਦਿਨ ਸ਼ਾਮ ਨੂੰ ਤਿੰਨਾਂ ਦੀ ਡੈਥ। ਇਹ ਸਵਾਲ ਨੇ ਜਿਹੜੇ ਸ਼ੰਕੇ ਨੇ, ਜਿੰਨਾ ਚਿਰ ਖੜੇ ਨੇ, ਮੌਤ ਤੋਂ ਬਚਣ ਦੀ ਖਾਤਰ ਫ੍ਰੀ ਇੰਜੈਕਸ਼ਨ ਲੱਗਦਾ ਹੁੰਦੇ ਪਹਿਲਾਂ ਕੌਣ ਨਹੀਂ ਲਵਾਊਗਾ? ਇਹ ਗੱਲਾਂ ਦੇ ਸਵਾਲ ਨੇ। ਜਿੱਥੋਂ ਤੱਕ ਟੈਸਟ ਵਾਲਾ ਸਵਾਲ ਹੈ, ਇਹ ਵੀ ਕਲੀਅਰ ਨਹੀਂ ਹੈ। ਪੰਚਾਇਤ ਮੰਤਰੀ ਆਪਣੇ ਸੁਖਜਿੰਦਰ ਰੰਧਾਵਾ, ਉਹਦੇ 3 ਵਾਰੀ ਟੈਸਟ ਹੋਏ, ਨੈਗੇਟਿਵ ਆਏ, ਚੌਥੀ ਵਾਰੀ ਹੋਇਆ ਪੋਜ਼ਿਟਿਵ ਆ ਗਿਆ। ਇਹ ਕੀ ਹੈ? ਇਹ ਹੋ ਕੀ ਰਿਹਾ? ਜਿਹੜੀਆਂ ਗੱਲਾਂ ਤੇ ਸ਼ੰਕੇ ਨੇ ਉਹਨਾਂ ਤੇ ਸਵਾਲ ਖੜੇ ਹੋਣਗੇ। ਤਰਲੋਚਨ ਜੀ ਇਹ ਗੱਲ ਹੈ ਨਹੀਂ। ਸੁਖਦੇਵ ਜੀ, ਇੱਕ ਸਵਾਲ ਤੁਸੀਂ ਉਹਨੇ ਕਿਹਾ ਕਿ ਸਰਕਾਰਾਂ ਜ਼ਬਰਦਸਤੀ ਟੈਸਟ ਕਰਵਾ ਰਹੀਆਂ। ਸਰਕਾਰ ਨੂੰ ਕਿਉਂ ਪਈ ਹੈ ਕਿ ਤੁਹਾਡੇ ਜ਼ਬਰਦਸਤੀ ਟੈਸਟ ਕਰਾ ਰਹੀ ਹੈ? ਅਗਰ ਪਿੰਡਾਂ ਵਗੈਰਾ ਚ ਆ ਰਹੀ ਹੈ ਚੀਜ਼ ਤਾਂ ਇਸ ਲਈ ਉਹ ਕਹਿ ਰਹੀ ਹੈ ਕਿ ਜ਼ਬਰਦਸਤੀ ਮਤਲਬ ਟੈਸਟ ਕਰਾ ਰਹੇ। ਤਾਂ ਤੁਸੀਂ ਕਹਿ ਰਹੇ ਜ਼ਬਰਦਸਤੀ ਕੀ ਤੁਮ ਫਿਰ ਤੁਹਾਡੇ ਕੋਲ ਕੀ ਜ਼ਬਰਦਸਤੀ? ਸੁਣੋ ਮੇਰੀ, ਜ਼ਬਰਦਸਤੀ ਕਿਉਂ ਕਰਾ ਰਹੇ? ਇੱਕ ਮਿੰਟ, ਜਿਹੜੇ ਉਧਰੋਂ ਆਉਂਗੇ ਨਰਲਨ ਚੋਂ ਟੈਸਟ ਕਰਾ ਕੇ ਜਾਓ, ਜਿਹੜੇ ਉਧਰ ਜਾਓਗੇ ਟੈਸਟ ਕਰਾ ਕੇ ਜਾਓ। ਕਿੰਨੇ ਬੰਦਿਆਂ ਨੂੰ ਪੋਜ਼ਿਟਿਵ ਨੇ ਕਹਿ ਦੇਣਗੇ ਉਹ ਇੱਥੇ ਉਧਰਲਾ ਮੋਰਚਾ ਉਧਰ ਨਹੀਂ ਜਾਣ ਦੇਣਾ, ਇੱਧਰਲਾ ਮੋਰਚਾ ਇੱਧਰ ਨਹੀਂ ਆਉਣ ਦੇਣਾ। ਉਹਨਾਂ ਦੇ ਨਾਕੇ ਲਾਏ ਹੋਏ ਨੇ। ਤੁਹਾਨੂੰ ਪ੍ਰਸ਼ਾਸਨ 'ਤੇ ਕੋਈ ਰੌਲਾ? ਤੁਹਾਨੂੰ ਪੁਲਿਸ 'ਤੇ ਕੋਈ ਰੌਲਾ? ਕਿੰਨੇ ਗਲਤ ਕੰਮ ਕਰਦੇ ਨੇ ਸਰਕਾਰਾਂ 'ਤੇ ਕੋਈ ਰੌਲਾ ਤੁਹਾਨੂੰ? ਸਰਕਾਰ ਇਸ ਐਜੀਟੇਸ਼ਨ ਨੂੰ ਫੇਲ ਕਰਨ ਦੀ ਖਾਤਰ ਕੋਈ ਵੀ ਖੇਡ ਖੇਡ ਸਕਦੀ। ਪਰ ਪੰਜਾਬ ਸਰਕਾਰ ਤਾਂ ਤੁਹਾਡੇ ਨਾਲ ਹਮੇਸ਼ਾ ਖੜੀ ਰਹੀ ਹੈ ਜੀ, ਹਮੇਸ਼ਾ ਤੁਹਾਡੇ ਕਦੋਂ ਕਹਿੰਦੇ ਅਸੀਂ ਮੰਨਿਆ? ਅਸੀਂ 28-29 ਤਰੀਕ ਨੂੰ ਉੱਥੇ ਧਰਨਾ ਕਿਉਂ ਲਾ ਰਹੀ ਹੈ? ਪੰਜਾਬ ਸਰਕਾਰ ਸਾਡੇ ਨਾਲ। ਸਰਕਾਰਾਂ ਦਾ ਭੁਲੇਖਾ ਤੁਹਾਨੂੰ। ਸਰਕਾਰਾਂ ਕਦੇ ਕਿਸੇ ਦੇ ਨਾਲ ਨਹੀਂ ਹੁੰਦੀਆਂ। ਐਜੀਟੇਸ਼ਨ ਨੂੰ ਫੇਲ ਕਰਨ ਦੀ ਖਾਤਰ ਕਿਹੜੇ ਕਿਹੜੇ ਹੱਥ ਕੰਡੇ ਨੇ ਜਿਹੜੇ ਇਹਨਾਂ ਨੇ ਨਹੀਂ ਵਰਤੇ? ਤੁਸੀਂ ਮੋਰਚੇ 'ਚ ਕਦੇ ਗਏ ਹੋ? ਰਾਤ ਰਹੇ ਹੋ? ਤੁਸੀਂ ਗਏ ਹੋ ਮੋਰਚੇ 'ਚ? ਮੋਰਚੇ 'ਚ ਇਹਨਾਂ ਨੇ ਸ਼ਰਾਬ ਵੰਡੀ। ਮੋਰਚੇ ਦੇ ਵਿੱਚ ਇੱਕ ਨਬਜਗੜ੍ਹ ਰੋਡ ਹੈ, ਉਹਦਾ ਪੁਲ ਦੇਖਿਆ ਹੋਣਾ ਤੁਸੀਂ, ਟਿੱਕਰੀ ਤੇ ਨਬਜਗੜ੍ਹ ਰੋਡ 'ਤੇ। ਉੱਥੇ ਦਿਨ ਦਿਹਾੜੇ ਔਰਤਾਂ ਦੀ ਸਪਲਾਈ ਹੁੰਦੀ ਹੈ। ਦਿਨ ਦਿਹਾੜੇ ਕਾਰੋਬਾਰੀ 3 ਬੰਦੇ ਆ ਉੱਥੇ, ਦਿਨ 'ਚ 12 ਵਜੇ 3 ਬੰਦੇ ਕਾਰੋਬਾਰ ਕਰਦੇ ਆ। ਸਾਡੇ ਉੱਥੇ 20 ਬੰਦੇ ਵਲੰਟੀਅਰ ਦਿਨ ਚਲਾਏ, 2 ਦਿਨ ਤੱਕ ਪੁਲਿਸ ਨੂੰ ਰਫਟ ਕਰਦੇ ਰਹੇ। ਪੁਲਿਸ ਨੂੰ ਉਹਨੂੰ ਗ੍ਰਿਫਤਾਰ ਨਹੀਂ ਕੀਤਾ। ਉਹ ਮੋਰਚੇ 'ਚ ਔਰਤਾਂ ਸਪਲਾਈ ਕਰਨ ਵਾਸਤੇ ਸਾਨੂੰ ਰਾਤ ਨੂੰ ਡਿਊਟੀਆਂ ਲਾਉਣੀਆਂ ਪੈਂਦੀਆਂ ਨੇ। ਕਿੱਥੇ ਗੱਲ ਖੜੀ ਹੈ? ਸਾਨੂੰ ਹਰੇਕ ਗੱਲ ਤੇ ਉਹਨਾਂ ਨੂੰ ਮੋਰਚੇ ਨੂੰ ਫੇਲ ਕਿਵੇਂ ਕਰ ਦਈਏ, ਮੋਰਚੇ ਨੂੰ ਡਿਫੀਟ ਕਿਵੇਂ ਕਰ ਦਈਏ, ਇਹ ਅੰਦੋਲਨ ਫੇਰ ਇਹੋ ਜਿਹਾ ਕੁੱਟਿਆ ਜਾਵੇ ਜਿਹੜਾ ਮੁੜ ਕੇ ਨਾ ਕਿਤੇ ਉੱਠੇ। ਇਹ ਸਰਕਾਰ ਇਸ ਖੇਡ 'ਤੇ ਆਈ ਹੋਈ ਹੈ। ਉਹ ਸ਼ੰਕੇ ਖੜੇ ਨੇ ਜਿਹਦੇ 'ਚ ਅਸੀਂ ਆ ਗੱਲਾਂ ਕਰਦੇ ਨੇ। ਸਾਨੂੰ ਕੀ ਲੋੜ ਹੈ? ਇੱਕ ਗੱਲ ਜਿਹੜੀ ਤੁਸੀਂ ਕਹੀ ਨਾ, ਪਿੰਡਾਂ 'ਚ ਕੋਈ ਟੈਸਟ ਦਾ ਪ੍ਰਬੰਧ ਨਹੀਂ ਹੈ। ਕਿਸੇ ਪਿੰਡ 'ਚ ਨਹੀਂ ਸਰਕਾਰ ਨੇ ਪ੍ਰਬੰਧ ਕੀਤਾ। ਸਾਡੀ ਮੰਗ ਹੈ ਪਿੰਡਾਂ 'ਚ ਟੈਸਟਾਂ ਦਾ ਪ੍ਰਬੰਧ ਕਰੋ। ਜਿਹਨੂੰ ਜਦੋਂ ਲੋੜ ਮਹਿਸੂਸ ਹੋਊਗੀ ਉਦੋਂ ਟੈਸਟ ਕਰਾ ਸਕਦਾ ਹੋਵੇ ਉਹ। ਇਹ ਸਾਡੀ ਮੰਗ ਹੈ। ਮੰਗਾਂ 'ਚ ਮੰਗ ਸ਼ਾਮਲ ਹੈ। ਇੱਕ ਮਿੰਟ, ਤੁਹਾਡਾ ਜਵਾਬ ਵੀ ਦੇਵਾਂਗੇ। ਪਹਿਲਾਂ ਮੈਨੂੰ ਜਵਾਬ ਪੂਰਾ ਕਰ ਲੈਣ ਦਿਓ।
ਅਸੀਂ ਕਿਹੜੀ ਗੱਲ ਦਾ ਵਿਰੋਧ ਕਰਦੇ ਹਾਂ? ਜਿਹੜਾ ਉਹ ਸਾਡੇ ਇਕੱਠਾਂ ਦੇ ਵਿੱਚ ਆ ਕੇ ਕਹਿੰਦੇ ਆ ਵੀ ਅਸੀਂ ਤੁਹਾਡੇ ਟੈਸਟ ਕਰਨੇ ਆ, ਕਿਸਾਨ ਧਰਨਿਆਂ ਦੇ ਟੈਸਟ ਕਰਨੇ ਆ, ਅਸੀਂ ਉਸ ਗੱਲ ਦਾ ਵਿਰੋਧ ਇਸ ਕਰਕੇ ਕਰਦੇ ਹਾਂ ਵੀ ਸਾਨੂੰ ਕੋਈ ਲੋੜ ਨਹੀਂ ਮਹਿਸੂਸ ਹੋ ਰਹੀ। ਜਿਹੜੇ ਵੀ ਜੀ ਨੂੰ ਸਾਡੇ ਕਿਸਾਨ ਨੂੰ ਲੋੜ ਮਹਿਸੂਸ ਹੋਊਗੀ ਉਹਦਾ ਕਰਾਵਾਂਗੇ ਟੈਸਟ। ਉੱਥੇ ਕਰ ਦੇਣ ਪ੍ਰਬੰਧ, ਡਾਕਟਰ ਬਿਠਾ ਦੇਣ ਟੈਸਟ ਕਰਨ ਵਾਲੇ, ਜਦੋਂ ਸਾਨੂੰ ਲੋੜ ਮਹਿਸੂਸ ਹੋਈ ਕਰਾ ਲਾਂਗੇ। ਜੇ ਉਹ ਨਹੀਂ ਬਿਠਾਉਂਦੇ ਅਸੀਂ ਆਪ ਬਿਠਾਵਾਂਗੇ, ਅਸੀਂ ਆਪ ਕਰਾਵਾਂਗੇ। ਜਿੱਥੋਂ ਤੱਕ ਤੁਹਾਡਾ ਸਵਾਲ ਹੈ ਵੀ ਜਿੰਨਾ ਚਿਰ ਕਰੋਨਾ ਇਹਦਾ ਮਤਲਬ ਗੱਲਬਾਤ 'ਚ ਨਹੀਂ ਜਾਓਗੇ, ਇਹ ਬਿਲਕੁਲ ਨਹੀਂ ਹੈ। ਜਦੋਂ ਮਰਜ਼ੀ ਸੱਦ ਲੈਣ ਗੱਲਬਾਤ 'ਚ ਉਹਦੀ ਜਾਵਾਂਗੇ। ਕਰੋਨਾ ਦਾ ਕੋਈ ਸਵਾਲ ਨਹੀਂ, ਕਰੋਨਾ ਕੋਈ ਢਿੱਕਾ ਨਹੀਂ ਬਣਦੀ। ਅਸੀਂ ਤੁਹਾਡੇ ਨਾਲ ਬੈਠੇ ਹਾਂ, ਤੁਹਾਡੇ 'ਚ ਗੱਲ ਕਰਦੇ ਹਾਂ, ਪ੍ਰੈਸ ਕਾਨਫਰੰਸ ਕਰੇ ਹਾਂ। ਕਿਹੜੀ ਪ੍ਰਪੋਜ਼ਲ? ਨਹੀਂ, ਕਦੋਂ ਆ ਗਈ ਇਹ? ਤੁਸੀਂ ਕਹਿ ਗਏ ਵਿੱਚ, ਕਹਿ ਗਏ ਸੀ ਵੀ ਆਈ ਸੀ, ਉਹ ਪਤਾ ਨਹੀਂ ਕੀ ਬਣਿਆ, ਉਹ ਮੈਂ ਤਾਂ ਆ ਗਿਆ। ਉਹ ਨਹੀਂ, ਉਹ ਗੱਲ ਇਹ ਸੀ ਵੀ ਸਰਕਾਰ ਵੱਲੋਂ, ਹਰਿਆਣਾ ਸਰਕਾਰ ਵੱਲੋਂ ਕਰੋਨਾ ਦੇ ਵੈਕਸੀਨ ਦੀ ਪ੍ਰਪੋਜ਼ਲ ਆਈ ਸੀ। ਉਸ ਗੱਲਬਾਤ ਹੀ ਨਹੀਂ। ਉਗਰਾ ਜੀ ਕੋ ਕਹਿੰਦੇ ਬਾਰ-ਬਾਰ ਜਿਹੜਾ ਕੇਂਦਰੀ ਮੰਤਰੀ ਕਹਿੰਦੇ ਨੇ ਜੀ ਇੱਕ ਫੋਨ ਕਾਲ ਦੀ ਦੂਰੀ ਹੈਗੀ ਹੈ, ਉਹ ਫੋਨ ਕਾਲ ਕਿਹੜੀ ਹੈਗੀ ਹੈ? ਜਾਂ ਕਿਸਾਨਾਂ ਵੱਲੋਂ ਹੀ ਫੋਨ ਕਾਲ ਹੋਈ? ਇਹ ਤਾਂ ਮੈਨੂੰ ਲੱਗਦਾ ਵੀ ਸਭ ਤੋਂ ਵੱਧ ਜਿੰਨਾ ਤੁਸੀਂ ਪੁੱਛ ਸਕਦੇ ਹੋ ਮੋਦੀ ਸਾਹਿਬ ਨੂੰ, ਇੰਨਾ ਅਸੀਂ ਨਹੀਂ ਪੁੱਛ ਸਕਦੇ। ਲਾ ਦਿਓ ਟੂਟੀ ਜਾ ਕੇ ਕਦੇ ਕੰਨ ਤੇ ਉਹਦੇ, ਪੁੱਛ ਲਓ ਉਹਨਾਂ ਨੂੰ ਵੀ ਫੋਨ ਕਾਲ ਦਾ ਮਤਲਬ ਕੀ ਹੈ ਜਿਹੜਾ ਤੁਸੀਂ ਬਿਆਨ ਦਿੰਦੇ ਹੋ। ਤੁਸੀਂ ਜਿਆਦੇ ਪੁੱਛ ਲਓ ਉਹਨਾਂ ਨੂੰ। ਜਿਆਦੇ ਫਰੋਲਾ ਫਰਾਈ ਤੁਸੀਂ ਕਰ ਸਕਦੇ ਹੋ। ਜਿੰਨਾ ਵੈਸੇ ਮੈਂ ਹੁਣ ਮੀਡੀਆ ਵਾਲੇ ਤੁਸੀਂ ਬੈਠੇ ਹੋ ਪੰਜਾਬ ਵਾਲੇ, ਜੇ ਪੰਜਾਬ ਦਾ ਮੀਡੀਆ ਜਿੰਨੀ ਇਮਾਨਦਾਰੀ ਨਾਲ ਮੀਡੀਆ ਨੇ ਇਹਨੇ ਕੰਮ ਕੀਤਾ ਪੰਜਾਬ ਵਾਲੇ ਨੇ, ਜੇ ਤੁਸੀਂ ਨਾ ਹੁੰਦੇ ਸਾਡੇ ਅੰਦੋਲਨ ਨੂੰ ਕਦੋਂ ਦਾ ਫੇਲ ਕਰ ਦਿੱਤਾ ਹੁੰਦਾ, ਅਸੀਂ ਕਦੋਂ ਦੇ ਕੁੱਟ ਤੇ ਹੁੰਦੇ। ਮੇਰੇ ਖਿਆਲ 'ਚ ਇੱਥੇ ਕਈ ਸਾਥੀ ਬੈਠੇ ਹੋਣਗੇ, ਜਦੋਂ ਸ਼ਾਹਜਹਾਂਪੁਰ ਦੇ ਨਾਕੇ ਤੇ ਲਾਠੀ ਚਾਰਜ ਹੋਇਆ, ਅਥਰੂ ਗੈਸ ਦੇ ਗੋਲੇ ਸੁੱਟੇ ਆ, ਤੁਹਾਡੇ 'ਚੋਂ ਕਾਫੀ ਸਾਥੀ ਸੀਗੇ। ਉਹ ਗੱਲ ਜੇ ਤੁਸੀਂ ਨਾ ਪੰਜਾਬ ਵਾਲੇ ਨਾ ਹੁੰਦੇ, ਉਹ ਲੋਕਾਂ ਤੱਕ ਗੱਲ ਹੀ ਨਹੀਂ ਸੀ ਪਹੁੰਚਦੀ। ਜਾਣੀ ਨਹੀਂ, ਸੋਨੂੰ ਵੀ ਮੈਂ ਦੱਸਦਾ ਬਈ, ਤੁਹਾਡਾ ਜਾਣੀ ਪੰਜਾਬ ਦੇ ਮੀਡੀਆ ਦਾ ਬਹੁਤ ਇਸ ਕਰਕੇ ਪੋਜ਼ਿਟਿਵ ਰੋਲ ਹੈ ਪੰਜਾਬ ਵਾਲੇ ਇਸ ਮੀਡੀਆ ਨੇ ਘੋਲ 'ਚ। ਜੇ ਇਸ ਅੰਦੋਲਨ ਨੂੰ ਕਾਮਯਾਬ ਕੀਤਾ ਹੈ, ਇੱਥੇ ਤੱਕ ਇਹ ਅੰਦੋਲਨ ਆਇਆ, ਤਾਂ ਪੰਜਾਬ ਵਾਲੇ ਮੀਡੀਆ ਦਾ ਹੀ ਬਹੁਤ ਵੱਡਾ ਹੱਥ। ਤੇ ਪੰਜਾਬ ਦੇ ਲੋਕਾਂ ਦੇ ਵਿੱਚ ਤੁਸੀਂ ਵੀ ਆਉਂਦੇ, ਤੁਸੀਂ ਵੀ ਪਾਰਟ ਹੋ। ਇਹ ਜਿਹੜਾ ਕਾਲਾ ਦਿਵਸ ਹੈ ਬਾਈ, ਇਹ ਉਹਦੇ ਸੋਨੂੰ ਵੀ ਮਨਾਉਣਾ ਚਾਹੀਦਾ। ਟੂਟੀਆਂ ਜਿਹਨੇ ਲਾ ਲਿਓ, ਕਾਲੀਆਂ ਝੰਡੀਆਂ ਵਿਛਾ। ਤੁਹਾਨੂੰ ਵੀ ਸੱਦਾ, ਸਾਡਾ ਜਥੇਬੰਦੀ ਵੱਲੋਂ ਸੱਦਾ ਵੀ ਕਾਲਾ ਦਿਵਸ 26 ਮਈ ਤੁਸੀਂ ਵੀ ਨੂੰ ਮਨਾਓ। ਤੁਸੀਂ ਵੀ ਮਨਾਓ। ਹਾਂ, ਇਹ ਠੀਕ ਹੈ, ਇਹ ਗੱਲ ਹੈ। ਅੱਛਾ ਬਈ, ਕੋਈ ਖਾਣ ਪੀਣ ਦਾ ऐसा अवसर फिर नहीं मिलेगा। अब हरियाणा सरकार की दीनदयाल आवास योजना के अंतर्गत सेक्टर 1 तरावड़ी में 135 और 142 गज के प्लॉट्स मात्र 21,000 रुपए देकर बुक करवाएं। केटेड सोसाइटी, सड़क, सीवरेज, स्ट्रीट लाइट, पार्क, कम्युनिटी सेंटर, तुरंत रजिस्ट्री और पोसेशन भी। कॉल 9466034000। ऐसे ही लेटेस्ट खबरें पाने के लिए बेल आइकन को क्लिक कर हमारे चैनल को लाइक, शेयर एंड सब्सक्राइब करें। धन्यवाद।